ਜਿਵੇਂ ਹੀ ਮੇਰਾ ਜੁਆਇਨਿੰਗ ਲੈਟਰ ਆਇਆ, ਮੈਂ ਸਭ ਤੋਂ ਪਹਿਲਾਂ ਇੱਕ ਚੰਗੀ ਅਤੇ ਵੱਡੀ ਦੁਕਾਨ ਤੋਂ ਮਠਿਆਈ ਖਰੀਦੀ ਅਤੇ ਆਲੀਆ ਦੇ ਘਰ ਪਹੁੰਚ ਗਿਆ। ਮੈਂ ਉਸ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਕਿ ਮੈਨੂੰ ਉਸੇ ਕੰਪਨੀ ਦੇ ਵਿੱਚ ਨੌਕਰੀ ਮਿਲੀ ਹੈ ਜਿਸ ਦੇ ਵਿੱਚ ਉਹ ਕੰਮ ਕਰਦੀ ਹੈ। ਇਹ ਸੋਚ ਕੇ ਹੀ ਮੈਂ ਖੁਸ਼ੀ ਦੇ ਨਾਲ ਉਛਲਣ ਲੱਗਿਆ ਸੀ ਕਿ ਆਲੀਆ ਨੂੰ ਜਦੋਂ ਇਹ ਖਬਰ ਮਿਲੇਗੀ ਤਾਂ ਉਹ ਕਿੰਨੀ ਖੁਸ਼ ਹੋਵੇਗੀ। ਹੁਣ ਮੈਂ ਜ਼ਿਆਦਾ ਤੋਂ ਜ਼ਿਆਦਾ ਉਸਦੇ ਨਾਲ ਸਮਾਂ ਬਿਤਾ ਸਕਾਂਗਾ। ਆਲੀਆ ਥੋੜੀ ਜਿੱਦੀ ਸੀ, ਪਰ ਮੇਰੇ ਨਾਲ ਪਿਆਰ ਵੀ ਬਹੁਤ ਕਰਦੀ ਸੀ। ਉਹ ਹਮੇਸ਼ਾ ਮੇਰੇ ਨਾਲ ਸਮਾਂ ਗੁਜ਼ਾਰਨ ਦੀ ਕੋਸ਼ਿਸ਼ ਕਰਦੀ, ਪਰ ਮੈਂ ਕਈ ਮਹੀਨਿਆਂ ਤੋਂ ਨੌਕਰੀ ਦੀ ਭਾਲ ਦੇ ਵਿੱਚ ਭਟਕ ਰਿਹਾ ਸੀ ਅਤੇ ਹੁਣ ਜਾ ਕੇ ਮੈਨੂੰ ਇਸ ਕੰਪਨੀ ਦੇ ਵਿੱਚ ਨੌਕਰੀ ਮਿਲੀ ਸੀ ਅਤੇ ਤਨਖਾਹ ਵੀ ਕਾਫੀ ਚੰਗੀ ਸੀ। ਮੈਂ ਅਜੇ ਤੱਕ ਆਪਣੀ ਮਾਂ ਨੂੰ ਇਹ ਖੁਸ਼ਖਬਰੀ ਨਹੀਂ ਦਿੱਤੀ ਸੀ। ਮੈਂ ਸੋਚਿਆ ਸੀ ਕਿ ਮੈਂ ਉਹਨਾਂ ਨੂੰ ਸਾਹਮਣੇ ਜਾ ਕੇ ਦੱਸਾਂਗਾ। ਮੈਂ ਫੋਨ ਕਰਨਾ ਜ਼ਰੂਰੀ ਨਹੀਂ ਸਮਝਿਆ ਸੀ। ਮੈਂ ਮਾਂ ਨੂੰ ਵੀ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ, ਪਰ ਮੈਂ ਸਭ ਤੋਂ ਪਹਿਲਾਂ ਆਲੀਆ ਨੂੰ ਮਠਿਆਈ ਖਵਾਉਣਾ ਚਾਹੁੰਦਾ ਸੀ। ਇਸ ਕਰਕੇ ਮੈਂ ਉਸਦੇ ਪਸੰਦ ਦੇ ਗੁਲਾਬ ਜਾਮਨ ਲੈ ਕੇ ਉਸਦੇ ਘਰ ਪਹੁੰਚ ਗਿਆ ਅਤੇ ਜਿਵੇਂ ਹੀ ਮੈਂ ਸੋਚਿਆ ਸੀ, ਆਲੀਆ ਇਹ ਖਬਰ ਸੁਣ ਕੇ ਬਹੁਤ ਖੁਸ਼ ਹੋਈ। ਉਹ ਮੇਰੇ ਗਲ ਨਾਲ ਲੱਗ ਗਈ ਅਤੇ ਬੋਲੀ, ਅਵਨੀਸ਼, ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਤੁਹਾਨੂੰ ਮੇਰੀ ਹੀ ਕੰਪਨੀ ਦੇ ਵਿੱਚ ਨੌਕਰੀ ਮਿਲ ਗਈ ਹੈ। ਵੈਸੇ ਸਾਡੇ ਬੌਸ ਨੇ ਤੁਹਾਨੂੰ ਜੌਬ ਕਿਵੇਂ ਦੇ ਦਿੱਤੀ? ਉਹਨਾਂ ਨੂੰ ਤਾਂ ਕੋਈ ਪਸੰਦ ਹੀ ਨਹੀਂ ਆਉਂਦਾ। ਮੈਂ ਮਜ਼ਾਕ ਦੇ ਵਿੱਚ ਉਸਨੂੰ ਕਿਹਾ ਕਿ ਅਵਨੀਸ਼ ਵੀ ਕੋਈ ਮਾਮੂਲੀ ਚੀਜ਼ ਨਹੀਂ ਹੈ। ਮੈਂ ਕਾਫੀ ਸਮੇਂ ਤੱਕ ਆਲੀਆ ਦੇ ਨਾਲ ਗੱਲਾਂ ਕਰਦਾ ਰਿਹਾ ਅਤੇ ਫਿਰ ਉਸਦੇ ਖਿਆਲਾਂ ਦੇ ਵਿੱਚ ਡੁੱਬਿਆ ਹੋਇਆ ਘਰ ਪਹੁੰਚ ਗਿਆ। ਆਲੀਆ ਮੇਰੀ ਜ਼ਿੰਦਗੀ ਸੀ, ਮੇਰਾ ਪਿਆਰ ਸੀ। ਅਸੀਂ ਇਕੱਠੇ ਹੀ ਪੜ੍ਹਾਈ ਪੂਰੀ ਕੀਤੀ ਸੀ। ਉਸਦੇ ਪਾਪਾ ਇੱਕ ਬਿਜ਼ਨਸਮੈਨ ਸਨ, ਇਸ ਕਰਕੇ ਉਸਨੂੰ ਨੌਕਰੀ ਮਿਲਣ ਦੇ ਵਿੱਚ ਕੋਈ ਦਿੱਕਤ ਨਹੀਂ ਹੋਈ ਸੀ। ਉਹ ਆਪਣੀ ਖੁਸ਼ੀ ਦੇ ਲਈ ਨੌਕਰੀ ਕਰ ਰਹੀ ਸੀ, ਬਲਕਿ ਉਸਦੇ ਮਾਤਾ ਪਿਤਾ ਨੇ ਉਸ ਨੂੰ ਮਨਾ ਕੀਤਾ ਸੀ, ਪਰ ਉਸ ਦੀ ਖੁਸ਼ੀ ਨੂੰ ਦੇਖਦੇ ਹੋਏ ਉਹਨਾਂ ਨੇ ਉਸ ਨੂੰ ਨੌਕਰੀ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। ਆਲੀਆ ਨੇ ਮੈਨੂੰ ਵੀ ਕਿਹਾ ਸੀ ਕਿ ਉਹ ਮੈਨੂੰ ਨੌਕਰੀ ਦਿਵਾ ਸਕਦੀ ਹੈ, ਪਰ ਮੈਂ ਸਿਫਾਰਸ਼ ਦੇ ਨਾਲ ਨਹੀਂ, ਆਪਣੀ ਕਾਬਲੀਅਤ ਦੇ ਨਾਲ ਨੌਕਰੀ ਚਾਹੁੰਦਾ ਸੀ। ਇਸ ਕਰਕੇ ਮੈਨੂੰ ਥੋੜਾ ਸਮਾਂ ਲੱਗ ਗਿਆ, ਪਰ ਅੱਜ ਆਖਰਕਾਰ ਮੈਨੂੰ ਨੌਕਰੀ ਮਿਲ ਹੀ ਗਈ ਸੀ। ਆਲੀਆ ਦੇ ਖਿਆਲਾਂ ਦੇ ਵਿੱਚ ਡੁੱਬਿਆ ਹੋਇਆ ਮੈਂ ਖੁਸ਼ ਹੋ ਕੇ ਡਰਾਈਵਿੰਗ ਕਰ ਰਿਹਾ ਸੀ। ਜਦੋਂ ਮੈਂ ਘਰੇ ਪਹੁੰਚਿਆ ਤਾਂ ਮੇਰੀ ਮਾਂ ਮੇਰੇ ਇੰਤਜ਼ਾਰ ਦੇ ਵਿੱਚ ਬੈਠੀ ਹੋਈ ਸੀ। ਮੈਨੂੰ ਦੇਖਦੇ ਹੀ ਉਹ ਮੇਰੇ ਵੱਲ ਵਧੀ ਅਤੇ ਬੋਲੀ, ਅਵਨੀਸ਼, ਮੈਂ ਕਿੰਨੇ ਸਮੇਂ ਤੋਂ ਤੁਹਾਡਾ ਇੰਤਜ਼ਾਰ ਕਰ ਰਹੀ ਸੀ। ਘੱਟੋ ਘੱਟ ਤੁਸੀਂ ਮੈਨੂੰ ਫੋਨ ਤਾਂ ਕਰ ਦਿੰਦੇ ਅਤੇ ਆਖਿਰਕਾਰ ਤੁਹਾਡੀ ਨੌਕਰੀ ਦਾ ਕੀ ਬਣਿਆ? ਮੈਂ ਖੁਸ਼ੀ ਦੇ ਨਾਲ ਆਪਣੀ ਮਾਂ ਨੂੰ ਆਪਣੀ ਗੋਦੀ ਦੇ ਵਿੱਚ ਚੱਕ ਕੇ ਗੋਲ ਗੋਲ ਘੁੰਮਣ ਲੱਗਿਆ। ਮੈਂ ਕਿਹਾ, ਮਾਂ, ਮੇਰੀ ਨੌਕਰੀ ਲੱਗ ਗਈ ਹੈ। ਇਹ ਸੁਣ ਕੇ ਮਾਂ ਵੀ ਖੁਸ਼ ਹੋ ਗਈ। ਮੈਂ ਕਿਹਾ, ਮਾਂ, ਬਲਕਿ ਮੈਨੂੰ ਜੁਆਇਨਿੰਗ ਲੈਟਰ ਵੀ ਮਿਲ ਚੁੱਕਿਆ ਹੈ। ਮੇਰੀ ਮਾਂ ਨੇ ਕਿਹਾ, ਮੈਨੂੰ ਹੇਠਾਂ ਤਾਂ ਤਾਰ, ਮੈਨੂੰ ਚੱਕਰ ਆ ਜਾਣਗੇ। ਮੇਰੀ ਨੌਕਰੀ ਦੀ ਗੱਲ ਸੁਣ ਕੇ ਮਾਂ ਬਹੁਤ ਖੁਸ਼ ਹੋਈ ਸੀ। ਉਹਨਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਹੁਣੇ ਹੀ ਤੁਹਾਡੇ ਲਈ ਇੱਕ ਗਰਮ ਗਰਮ ਚਾਹ ਬਣਾ ਕੇ ਲੈ ਕੇ ਆਉਂਦੀ ਹਾਂ। ਮੇਰੀ ਮਾਂ ਜਾਣਦੀ ਸੀ ਕਿ ਸ਼ਾਮ ਦੇ 4 ਵਜੇ ਮੈਨੂੰ ਚਾਹ ਪੀਣ ਦੀ ਆਦਤ ਹੈ। ਮੈਂ ਕਿਹਾ, ਹਾਂ ਮਾਂ, ਜ਼ਰੂਰ, ਇੱਕ ਚਾਹ ਤਾਂ ਬਣਦੀ ਹੈ, ਉਹ ਵੀ ਅਦਰਕ ਅਤੇ ਇਲਾਇਚੀ ਵਾਲੀ। ਨਾਲ ਹੀ ਮੇਰੇ ਪਸੰਦ ਦੇ ਕਾਜੂ ਵਾਲੇ ਬਿਸਕੁਟ ਵੀ ਲੈ ਕੇ ਆਉਣਾ। ਮੇਰੀ ਮਾਂ ਹੱਸਦੀ ਹੋਈ ਹਾਂ ਦੇ ਵਿੱਚ ਸਿਰ ਹਿਲਾਉਂਦੀ ਕਿਚਨ ਦੇ ਵਿੱਚ ਚਲੀ ਗਈ ਸੀ। ਥੋੜੇ ਸਮੇਂ ਵਿੱਚ ਉਹ ਚਾਹ ਲੈ ਕੇ ਆਈ ਅਤੇ ਬੋਲੀ, ਅਵਨੀਸ਼, ਹੁਣ ਤਾਂ ਤੁਹਾਡੀ ਨੌਕਰੀ ਲੱਗ ਗਈ ਹੈ ਤਾਂ ਮੈਂ ਉਹਨਾਂ ਲੋਕਾਂ ਨੂੰ ਵਿਆਹ ਦੀ ਤਰੀਕ ਦੇ ਦਿਆਂ? ਇਹ ਸੁਣ ਕੇ ਮੈਂ ਹੈਰਾਨ ਹੋ ਗਿਆ। ਮੈਂ ਚਾਹ ਦੀ ਪਹਿਲੀ ਘੁੱਟ ਪੀਤੀ ਸੀ, ਉਹ ਵੀ ਮੈਨੂੰ ਕੌੜੀ ਲੱਗਣ ਲੱਗੀ। ਮੈਂ ਕੱਪ ਟੇਬਲ ਤੇ ਰੱਖਿਆ ਅਤੇ ਕਿਹਾ, ਮਾਂ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਮੈਂ ਉਸ ਲੜਕੀ ਦੇ ਨਾਲ ਵਿਆਹ ਨਹੀਂ ਕਰਾਂਗਾ। ਮੈਂ ਉਸ ਲੜਕੀ ਨੂੰ ਜਾਣਦਾ ਵੀ ਨਹੀਂ, ਫਿਰ ਮੈਂ ਉਸ ਦੇ ਨਾਲ ਵਿਆਹ ਕਿਵੇਂ ਕਰ ਸਕਦਾ ਹਾਂ? ਮੇਰੀ ਮਾਂ ਬੋਲੀ, ਪਰ ਬੇਟਾ, ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਅਤੇ ਸਭ ਤੋਂ ਵੱਡੀ ਗੱਲ ਕਿ ਉਹ ਤੁਹਾਡੀ ਮੰਗੇਤਰ ਹੈ। ਬਚਪਨ ਦੇ ਵਿੱਚ ਹੀ ਤੁਹਾਡਾ ਦੋਨਾਂ ਦਾ ਰਿਸ਼ਤਾ ਪੱਕਾ ਹੋ ਗਿਆ ਸੀ ਅਤੇ ਇਹ ਗੱਲ ਤੁਹਾਨੂੰ ਬਚਪਨ ਤੋਂ ਪਤਾ ਹੈ। ਫਿਰ ਤੁਸੀਂ ਇਸ ਤਰ੍ਹਾਂ ਗੱਲਾਂ ਕਿਉਂ ਕਰ ਰਹੇ ਹੋ? ਮੈਂ ਇੱਕ ਡੂੰਘਾ ਸਾਹ ਲੈਂਦੇ ਹੋਏ ਮਾਂ ਨੂੰ ਕਿਹਾ, ਪਰ ਇਹ ਤੁਹਾਡੀ ਪਰੇਸ਼ਾਨੀ ਹੈ, ਮੇਰੀ ਨਹੀਂ। ਤੁਸੀਂ ਸਾਰੇ ਬੱਚਿਆਂ ਦਾ ਰਿਸ਼ਤਾ ਬਚਪਨ ਦੇ ਵਿੱਚ ਹੀ ਕਿਉਂ ਪੱਕਾ ਕਰ ਦਿੰਦੇ ਹੋ? ਕੀ ਪਤਾ ਉਹਨਾਂ ਦੀ ਸੋਚ ਵੱਡੇ ਹੋ ਕੇ ਕੀ ਹੋਵੇਗੀ, ਉਹਨਾਂ ਦੀ ਪਸੰਦ ਕੀ ਹੋਵੇਗੀ, ਉਹ ਆਪਣੀ ਜ਼ਿੰਦਗੀ ਕਿਵੇਂ ਜਿਉਣਾ ਚਾਹਣਗੇ, ਕੀ ਦੋਨਾਂ ਦੀ ਸੋਚ ਮਿਲੇਗੀ ਜਾਂ ਨਹੀਂ। ਪਰ ਤੁਹਾਨੂੰ ਇਸ ਚੀਜ਼ ਦੇ ਨਾਲ ਕੋਈ ਮਤਲਬ ਨਹੀਂ। ਆਪਣੇ ਬੱਚਿਆਂ ਦੀ ਜ਼ਿੰਦਗੀ ਦਾਅ ਤੇ ਲਗਾ ਕੇ ਉਹਨਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦੇਣਾ ਹੈ। ਮੈਂ ਉਸ ਲੜਕੀ ਦੇ ਨਾਲ ਵਿਆਹ ਨਹੀਂ ਕਰ ਸਕਦਾ। ਉਸ ਦਾ ਨਾਮ ਕੋਮਲ ਸੀ, ਪਰ ਮੈਂ ਉਸ ਨੂੰ ਜਾਣਦਾ ਵੀ ਨਹੀਂ ਸੀ ਅਤੇ ਨਾ ਹੀ ਮੈਂ ਉਸ ਦੇ ਨਾਲ ਵਿਆਹ ਕਰਨਾ ਚਾਹੁੰਦਾ ਸੀ। ਮੈਂ ਮਾਂ ਨੂੰ 2 ਟੁੱਕ ਕਹਿ ਦਿੱਤਾ ਕਿ ਤੁਸੀਂ ਉਹਨਾਂ ਨੂੰ ਮਨਾ ਕਰ ਦਿਓ। ਹੁਣ ਮੇਰੇ ਨਾਮ ਤੇ ਉਸ ਲੜਕੀ ਨੂੰ ਹੋਰ ਇੰਤਜ਼ਾਰ ਨਾ ਕਰਵਾਓ। ਚੰਗਾ ਇਹੀ ਹੋਵੇਗਾ ਕਿ ਤੁਸੀਂ ਉਹਨਾਂ ਲੋਕਾਂ ਨੂੰ ਸਾਫ਼-ਸਾਫ਼ ਮਨਾ ਕਰ ਦਿਓ ਤਾਂ ਕਿ ਉਸ ਦਾ ਵਿਆਹ ਕਿਤੇ ਹੋਰ ਪੱਕਾ ਹੋ ਜਾਵੇ। ਮੈਂ ਗੁੱਸੇ ਦੇ ਨਾਲ ਆਪਣਾ ਚਾਹ ਦਾ ਕੱਪ ਚੱਕਿਆ ਤੇ ਚਾਹ ਪੀਣ ਲੱਗਿਆ, ਪਰ ਇਸ ਟੌਪਿਕ ਨੇ ਮੇਰੀ ਚਾਹ ਦਾ ਮਜ਼ਾ ਖਰਾਬ ਕਰ ਦਿੱਤਾ ਸੀ। ਮੇਰੀ ਮਾਂ ਹੈਰਾਨ ਹੋ ਕੇ ਮੈਨੂੰ ਦੇਖ ਰਹੀ ਸੀ। ਕਹਿਣ ਲੱਗੀ, ਅਵਨੀਸ਼, ਕੀ ਤੂੰ ਪਾਗਲ ਹੋ ਗਿਆ ਹੈ? ਸਾਲਾਂ ਦੇ ਇਸ ਪੁਰਾਣੇ ਰਿਸ਼ਤੇ ਨੂੰ ਇਸ ਤਰ੍ਹਾਂ ਹੀ ਤੋੜਿਆ ਨਹੀਂ ਜਾ ਸਕਦਾ। ਅਤੇ ਫਿਰ ਮੈਂ ਆਪਣੀ ਮਰਦੀ ਹੋਈ ਸਹੇਲੀ ਨੂੰ ਵਚਨ ਦਿੱਤਾ ਸੀ ਕਿ ਮੈਂ ਉਸ ਦੀ ਬੇਟੀ ਦਾ ਖਿਆਲ ਰੱਖਾਂਗੀ। ਮੈਂ ਕਿਹਾ, ਰੱਖੋ ਨਾ ਤੁਸੀਂ ਉਸ ਦਾ
ਦਾ ਖਿਆਲ। ਉਸ ਦਾ ਵਿਆਹ ਕਿਤੇ ਹੋਰ ਚੰਗਾ ਜਿਹਾ ਲੜਕਾ ਦੇਖ ਕੇ ਕਰਵਾ ਦਿਓ। ਇਸ ਤੋਂ ਜ਼ਿਆਦਾ ਖਿਆਲ ਹੁਣ ਤੁਸੀਂ ਕੀ ਰੱਖੋਗੇ? ਮੇਰੀ ਮਾਂ ਦੀਆਂ ਅੱਖਾਂ ਦੇ ਵਿੱਚ ਗੁੱਸਾ ਉਤਰ ਆਇਆ। ਕਹਿਣ ਲੱਗੀ, ਤੂੰ ਪਾਗਲ ਹੋ ਗਿਆ ਹੈ। ਮੈਂ ਉਸ ਦੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਉਸ ਨੂੰ ਆਪਣੀ ਬਹੂ ਬਣਾਵਾਂਗੀ ਅਤੇ ਹੁਣ ਉਹ ਵਾਅਦਾ ਪੂਰਾ ਕਰਨ ਦਾ ਸਮਾਂ ਆ ਗਿਆ ਹੈ। ਅਵਨੀਸ਼, ਜੇਕਰ ਤੁਸੀਂ ਕੋਮਲ ਦੇ ਨਾਲ ਵਿਆਹ ਨਹੀਂ ਕੀਤਾ ਤਾਂ ਮੈਂ ਤੁਹਾਡੇ ਨਾਲ ਕਦੇ ਗੱਲ ਨਹੀਂ ਕਰਾਂਗੀ। ਮੈਂ ਵੀ ਹੁਣ ਗੁੱਸੇ ਨਾਲ ਭਰ ਗਿਆ ਸੀ। ਮੈਂ ਕਿਹਾ, ਮਾਂ, ਜੇਕਰ ਤੁਸੀਂ ਮੇਰੇ ਤੇ ਆਪਣੀ ਮਰਜ਼ੀ ਇਸ ਤਰ੍ਹਾਂ ਥੋਪੋਗੇ ਤਾਂ ਮੈਂ ਇਹ ਘਰ ਛੱਡ ਕੇ ਚਲਾ ਜਾਵਾਂਗਾ। ਇਹ ਕਹਿ ਕੇ ਮੈਂ ਆਪਣੀ ਚਾਹ ਦਾ ਕੱਪ ਚੱਕਿਆ ਤੇ ਕਮਰੇ ਦੇ ਵਿੱਚ ਆ ਗਿਆ। ਪਿੱਛੋਂ ਮੇਰੀ ਮਾਂ ਬਸ ਮੈਨੂੰ ਜਾਂਦਾ ਦੇਖਦੀ ਰਹਿ ਗਈ। ਕਮਰੇ ਦੇ ਵਿੱਚ ਆ ਕੇ ਵੀ ਮੈਂ ਬੇਚੈਨ ਸੀ। ਮੈਂ ਆਲੀਆ ਦੇ ਨਾਲ ਪਿਆਰ ਕਰਦਾ ਸੀ ਅਤੇ ਉਸ ਤੋਂ ਇਲਾਵਾ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਹੋਰ ਨੂੰ ਸ਼ਾਮਲ ਕਰਨ ਦੇ ਬਾਰੇ ਸੋਚ ਵੀ ਨਹੀਂ ਸਕਦਾ ਸੀ। ਮੇਰੀ ਅਤੇ ਆਲੀਆ ਦੀ ਦੋਸਤੀ ਯੂਨੀਵਰਸਿਟੀ ਤੋਂ ਸੀ ਅਤੇ ਹੁਣ ਅਸੀਂ ਇੱਕ ਹੀ ਆਫਿਸ ਦੇ ਵਿੱਚ ਕੰਮ ਵੀ ਸ਼ੁਰੂ ਕਰ ਦਿੱਤਾ ਸੀ। ਅਸੀਂ ਇੱਕ ਦੂਜੇ ਨਾਲ ਵਿਆਹ ਦੇ ਵਾਅਦੇ ਵੀ ਕਰ ਚੁੱਕੇ ਸੀ। ਆਲੀਆ ਅੱਜ ਦੀ ਮਾਡਰਨ ਸੋਚ ਰੱਖਣ ਵਾਲੀ ਲੜਕੀ ਸੀ। ਉਹ ਭਲਾ ਹੀ ਬਹੁਤ ਹੀ ਖੂਬਸੂਰਤ ਨਹੀਂ ਸੀ, ਪਰ ਉਸ ਦੀ ਪਰਸਨੈਲਿਟੀ ਦੇ ਵਿੱਚ ਕੁਝ ਅਜਿਹਾ ਸੀ ਕਿ ਦੇਖਣ ਵਾਲਾ ਬਸ ਉਸ ਦੇ ਵੱਲ ਖਿੱਚਿਆ ਚਲਿਆ ਜਾਂਦਾ। ਮੈਂ ਚਾਹ ਖਤਮ ਕੀਤੀ ਅਤੇ ਫਰੈਸ਼ ਹੋ ਕੇ ਪੈਣ ਦੀ ਕੋਸ਼ਿਸ਼ ਕੀਤੀ, ਪਰ ਮੈਨੂੰ ਅੰਦਾਜ਼ਾ ਨਹੀਂ ਸੀ ਕਿ ਮੇਰੀ ਮਾਂ ਨੇ ਮੇਰੇ ਇਸੇ ਨਿਕਾਰ ਨੂੰ ਆਪਣੇ ਦਿਲ ਤੇ ਲਾ ਲਿਆ ਸੀ। ਅਵਨੀਸ਼ ਦੀ ਮਾਂ ਸੰਜਨਾ ਬਾਹਰ ਸੋਫੇ ਤੇ ਡਿੱਗ ਪਈ ਸੀ। ਉਹਨਾਂ ਨੂੰ ਅਵਨੀਸ਼ ਦਾ ਇਨਕਾਰ ਕਿਸੇ ਤਰ੍ਹਾਂ ਵੀ ਹਜਮ ਨਹੀਂ ਹੋ ਰਿਹਾ ਸੀ। ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਬਚਪਨ ਦੀ ਸਹੇਲੀ ਨਿਧੀ ਦਾ ਚਿਹਰਾ ਘੁੰਮਣ ਲੱਗਿਆ। ਨਿਧੀ ਅਤੇ ਸੰਜਨਾ ਬਚਪਨ ਦੀਆਂ ਪੱਕੀਆਂ ਸਹੇਲੀਆਂ ਸਨ। ਨਿਧੀ ਗਰੀਬ ਘਰ ਤੋਂ ਸੀ ਅਤੇ ਉਸ ਦਾ ਵਿਆਹ ਵੀ ਇੱਕ ਗਰੀਬ ਜਿਹੇ ਘਰ ਦੇ ਵਿੱਚ ਹੋਇਆ ਸੀ। ਨਿਧੀ ਦੇ 2 ਬੱਚੇ ਸਨ, ਵੱਡਾ ਬੇਟਾ ਰੋਹਿਤ ਅਤੇ ਛੋਟੀ ਬੇਟੀ ਕੋਮਲ। ਰੋਹਿਤ ਦੇ ਬਾਅਦ ਕੋਮਲ ਪੂਰੇ 20 ਸਾਲਾਂ ਬਾਅਦ ਪੈਦਾ ਹੋਈ ਸੀ। ਪਰਮਾਤਮਾ ਦੇ ਵੱਲੋਂ ਉਪਹਾਰ ਸਮਝ ਕੇ ਇਸ ਬੱਚੀ ਨੂੰ ਨਿਧੀ ਨੇ ਖੁਸ਼ੀ ਦੇ ਨਾਲ ਸਵੀਕਾਰ ਕੀਤਾ ਸੀ। ਹਾਲਾਂਕਿ ਲੋਕਾਂ ਨੇ ਉਸ ਨੂੰ ਕਿੰਨੀਆਂ ਗੱਲਾਂ ਸੁਣਾਈਆਂ ਸਨ ਕਿ ਬੁਢਾਪੇ ਦੇ ਵਿੱਚ ਔਲਾਦ ਪੈਦਾ ਕਰਨ ਦੀ ਕੀ ਜ਼ਰੂਰਤ ਸੀ, ਪਰ ਉਹਨਾਂ ਨੇ ਲੋਕਾਂ ਦਾ ਡਟ ਕੇ ਸਾਹਮਣਾ ਕੀਤਾ ਸੀ। ਜਦੋਂ ਕੋਮਲ ਸਿਰਫ 5 ਸਾਲ ਦੀ ਸੀ ਤਾਂ ਨਿਧੀ ਇੱਕ ਲਾਇਲਾਜ ਬਿਮਾਰੀ ਦੀ ਲਪੇਟ ਦੇ ਵਿੱਚ ਆ ਗਈ। ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ ਤੇ ਨਿਧੀ ਆਪਣੀ ਆਖਰੀ ਸਾਹ ਗਿਣ ਰਹੀ ਸੀ। ਜਦੋਂ ਉਸਨੇ ਸੰਜਨਾ ਨੂੰ ਆਪਣੇ ਕੋਲ ਬੁਲਾਇਆ ਸੀ, ਉਹ ਸੰਜਨਾ ਦੇ ਸਾਹਮਣੇ ਹੱਥ ਜੋੜ ਕੇ ਬੋਲੀ, ਸੰਜਨਾ, ਮੇਰਾ ਬੇਟਾ ਤਾਂ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਜਾਵੇਗਾ। ਉਹ ਮਰਦ ਹੈ, ਪਰ ਮੇਰੀ ਬੇਟੀ ਕੋਮਲ, ਉਹ ਬਹੁਤ ਭੋਲੀ ਹੈ। ਉਸ ਦੀ ਉਮਰ ਹੀ ਕੀ ਹੈ, ਉਹ ਸਿਰਫ 5 ਸਾਲ ਦੀ ਹੈ। ਉਸ ਨੂੰ ਇਕੱਲੀ ਛੱਡ ਕੇ ਮੈਂ ਮਰ ਵੀ ਨਹੀਂ ਸਕਦੀ। ਮੈਨੂੰ ਤੁਹਾਡੇ ਤੋਂ ਵਾਅਦਾ ਚਾਹੀਦਾ ਹੈ ਸੰਜਨਾ ਕਿ ਤੁਸੀਂ ਮੇਰੀ ਬੱਚੀ ਦਾ ਖਿਆਲ ਰੱਖੋਗੇ, ਉਸ ਨੂੰ ਆਪਣੀ ਬੇਟੀ ਮੰਨੋਗੇ ਅਤੇ ਉਸ ਨੂੰ ਆਪਣੇ ਅਵਨੀਸ਼ ਦੀ। ਇਹ ਕਹਿੰਦੇ ਕਹਿੰਦੇ ਨਿਧੀ ਦੇ ਸਾਹ ਖੜਨ ਲੱਗੇ ਸਨ ਅਤੇ ਉਸ ਦੀਆਂ ਅੱਖਾਂ ਦੇ ਵਿੱਚ ਬੇਵਸੀ ਸੀ। ਸੰਜਨਾ ਨੇ ਨਿਧੀ ਦਾ ਹੱਥ ਫੜ ਲਿਆ ਅਤੇ ਕਿਹਾ, ਨਿਧੀ, ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ। ਅੱਜ ਤੋਂ ਕੋਮਲ ਮੇਰੀ ਬੇਟੀ ਹੈ। ਮੈਂ ਉਸ ਨੂੰ ਆਪਣੇ ਘਰ ਦੀ ਬਹੂ ਬਣਾ ਕੇ ਲੈ ਕੇ ਜਾਵਾਂਗੀ। ਇਹ ਸੁਣ ਕੇ ਨਿਧੀ ਦੀਆਂ ਅੱਖਾਂ ਦੇ ਵਿੱਚ ਸਕੂਨ ਆ ਗਿਆ ਅਤੇ ਉਸਨੇ ਆਪਣੀਆਂ ਅੱਖਾਂ ਹਮੇਸ਼ਾ ਦੇ ਲਈ ਬੰਦ ਕਰ ਲਈਆਂ। ਕੋਮਲ ਆਪਣੇ ਭਰਾ ਰੋਹਿਤ ਤੋਂ 20 ਸਾਲ ਛੋਟੀ ਸੀ। ਜਦੋਂ ਉਸ ਦੀ ਮਾਂ ਦਾ ਦੇਹਾਂਤ ਹੋਇਆ ਤਾਂ ਕੋਮਲ ਸਿਰਫ 5 ਸਾਲ ਦੀ ਸੀ ਅਤੇ ਰੋਹਿਤ 25 ਸਾਲ ਦਾ। ਰੋਹਿਤ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਅਤੇ ਇੱਕ ਛੋਟਾ-ਮੋਟਾ ਬਿਜ਼ਨਸ ਸ਼ੁਰੂ ਕਰ ਲਿਆ ਤਾਂ ਕਿ ਉਹ ਘਰ ਦਾ ਖਰਚਾ ਚਲਾ ਸਕੇ। ਇਸ ਦੇ ਨਾਲ-ਨਾਲ ਉਹ ਕੋਮਲ ਦੀ ਦੇਖਭਾਲ ਵੀ ਕਰਦਾ ਰਿਹਾ। ਕੁਝ ਸਾਲਾਂ ਬਾਅਦ ਉਸਨੇ ਵਿਆਹ ਕਰ ਲਿਆ, ਪਰ ਉਸ ਦੀ ਪਤਨੀ ਨੇ ਕਦੇ ਵੀ ਕੋਮਲ ਨੂੰ ਦਿਲ ਤੋਂ ਨਹੀਂ ਅਪਣਾਇਆ। ਉਸ ਵਿਚਾਰੀ ਕੋਮਲ ਨੂੰ ਘਰ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਅਤੇ ਛੋਟੀ ਉਮਰ ਦੇ ਵਿੱਚ ਹੀ ਉਹ ਘਰ ਗ੍ਰਸਤੀ ਦੇ ਵਿੱਚ ਫਸ ਗਈ। ਉਹ ਆਪਣੇ ਮੂੰਹੋਂ ਕਦੇ ਕੁਝ ਨਹੀਂ ਕਹਿੰਦੀ ਸੀ, ਪਰ ਉਸ ਦੀਆਂ ਅੱਖਾਂ ਦੇ ਵਿੱਚ ਲੁਕੀ ਹੋਈ ਤਕਲੀਫ ਸੰਜਨਾ ਨੂੰ ਦਿਖਾਈ ਦਿੰਦੀ ਸੀ। 1-2 ਵਾਰ ਸੰਜਨਾ ਕੋਮਲ ਨੂੰ ਮਿਲਣ ਦੇ ਲਈ ਗਈ ਸੀ ਅਤੇ ਉਸ ਦੀ ਹਾਲਤ ਦੇਖ ਕੇ ਉਸ ਨੂੰ ਬਹੁਤ ਜ਼ਿਆਦਾ ਅਫਸੋਸ ਹੋਇਆ ਸੀ। ਉਹ ਚਾਹੁੰਦੀ ਸੀ ਕਿ ਉਹ ਕੋਮਲ ਨੂੰ ਹੁਣੇ ਹੀ ਆਪਣੇ ਘਰ ਲੈ ਆਵੇ, ਪਰ ਉਹਨਾਂ ਨੂੰ ਲੱਗਿਆ ਕਿ ਇਹ ਸਹੀ ਸਮਾਂ ਨਹੀਂ ਹੋਵੇਗਾ। ਉਸ ਵੇਲੇ ਸੋਚਿਆ ਕਿ ਉਹ ਕੁਝ ਸਮਾਂ ਹੋਰ ਇੰਤਜ਼ਾਰ ਕਰ ਲਵੇ, ਫਿਰ ਪੂਰੇ ਹੱਕ ਅਤੇ ਇੱਜ਼ਤ ਦੇ ਨਾਲ ਆਪਣੇ ਅਵਨੀਸ਼ ਦੀ ਬਹੂ ਬਣਾ ਕੇ ਲੈ ਕੇ ਜਾਵੇਗੀ। ਸੰਜਨਾ ਨੇ ਕੋਮਲ ਨੂੰ ਪਿਆਰ ਦੇ ਨਾਲ ਸਮਝਾ ਦਿੱਤਾ ਸੀ ਕਿ ਤੁਸੀਂ ਮੇਰੀ ਬੱਚੀ ਹੋ, ਮੇਰੇ ਬੇਟੇ ਅਵਨੀਸ਼ ਦੀ ਅਮਾਨਤ ਹੋ। ਬਹੁਤ ਜਲਦੀ ਮੈਂ ਤੁਹਾਨੂੰ ਆਪਣੀ ਬਹੂ ਬਣਾ ਕੇ ਆਪਣੇ ਘਰ ਲੈ ਕੇ ਜਾਵਾਂਗੀ। ਕੋਮਲ ਦੇ ਦਿਲ ਦੇ ਵਿੱਚ ਅਵਨੀਸ਼ ਦਾ ਨਾਮ ਲਿਖਿਆ ਗਿਆ ਸੀ। ਹੁਣ ਉਸ ਦਾ ਦਿਲ ਸਿਰਫ ਅਵਨੀਸ਼ ਦੇ ਨਾਮ ਤੇ ਧੜਕਣ ਲੱਗਿਆ ਸੀ। ਉਸਨੇ ਆਪਣੇ ਆਪ ਨੂੰ ਸਿਰਫ ਤੇ ਸਿਰਫ ਅਵਨੀਸ਼ ਦੇ ਲਈ ਸੰਭਾਲ ਕੇ ਰੱਖਿਆ ਸੀ। ਉਸਨੇ ਆਪਣੇ ਆਪ ਨੂੰ ਸਿਰਫ ਤੇ ਸਿਰਫ ਅਵਨੀਸ਼ ਦੇ ਲਈ ਸੰਭਾਲ ਕੇ ਰੱਖਿਆ ਸੀ। ਸਮਾਂ ਆਪਣੀ ਰਫ਼ਤਾਰ ਦੇ ਨਾਲ ਲੰਘਦਾ ਰਿਹਾ ਅਤੇ ਹੁਣ ਕੋਮਲ 18 ਸਾਲ ਦੀ ਹੋ ਗਈ ਸੀ। ਇਸ ਦੇ ਵਿਚਕਾਰ ਉਸ ਦੇ ਲਈ ਕਈ ਰਿਸ਼ਤੇ ਵੀ ਆਏ ਸਨ, ਪਰ ਰੋਹਿਤ ਨੇ ਹਰ ਇੱਕ ਰਿਸ਼ਤੇ ਨੂੰ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਕੋਮਲ ਕਿਸੇ ਹੋਰ ਦੀ ਅਮਾਨਤ ਹੈ। ਉਸ ਦੀ ਮੰਗਣੀ ਬਹੁਤ ਪਹਿਲਾਂ ਹੋ ਚੁੱਕੀ ਹੈ। ਕੋਮਲ ਦੀ ਭਾਬੀ ਬਿਲਕੁਲ ਵੀ ਨਹੀਂ ਚਾਹੁੰਦੀ ਸੀ ਕਿ ਕੋਮਲ ਦਾ ਵਿਆਹ ਹੋਵੇ, ਕਿਉਂਕਿ ਉਸ ਨੂੰ ਤਾਂ ਇੱਕ ਮੁਫਤ ਦੀ ਨੌਕਰਾਨੀ ਮਿਲੀ ਹੋਈ ਸੀ। ਪਰ ਰੋਹਿਤ ਨੂੰ ਆਪਣੀ ਭੈਣ ਦੀ ਹਾਲਤ ਦੇਖ ਕੇ ਦੁੱਖ ਹੁੰਦਾ ਸੀ। ਉਹ ਜਲਦੀ ਤੋਂ ਜਲਦੀ ਕੋਮਲ ਨੂੰ ਉਸ ਦੇ ਅਸਲੀ ਘਰ ਦੇ ਵਿੱਚ ਭੇਜਣਾ ਚਾਹੁੰਦਾ ਸੀ। ਇਸ ਕਰਕੇ ਉਸਨੇ ਸੰਜਨਾ ਨੂੰ ਫੋਨ ਕੀਤਾ ਸੀ, ਪਰ ਸੰਜਨਾ ਤਾਂ ਅਵਨੀਸ਼ ਦੇ ਨੌਕਰੀ ਲੱਗਣ ਦਾ ਇੰਤਜ਼ਾਰ ਕਰ ਰਹੀ ਸੀ ਅਤੇ ਹੁਣ ਜਿਵੇਂ ਹੀ ਅਵਨੀਸ਼ ਦੀ ਨੌਕਰੀ
ਨੌਕਰੀ ਲੱਗੀ ਤਾਂ ਉਹਨਾਂ ਨੇ ਤੁਰੰਤ ਅਵਨੀਸ਼ ਦੇ ਅੱਗੇ ਵਿਆਹ ਦੀ ਗੱਲ ਕੀਤੀ। ਹਾਲਾਂਕਿ ਅਵਨੀਸ਼ ਪਹਿਲਾਂ ਹੀ ਇਸ ਰਿਸ਼ਤੇ ਤੋਂ ਇਨਕਾਰ ਕਰ ਚੁੱਕਿਆ ਸੀ। ਉਸਨੇ ਬਚਪਨ ਦੇ ਵਿੱਚ 1-2 ਵਾਰ ਕੋਮਲ ਨੂੰ ਦੇਖਿਆ ਸੀ, ਪਰ ਉਸ ਤੋਂ ਬਾਅਦ ਨਾ ਤਾਂ ਉਸਨੇ ਕੋਮਲ ਨੂੰ ਦੇਖਿਆ ਅਤੇ ਨਾ ਹੀ ਉਸ ਨੂੰ ਦੇਖਣ ਦੀ ਜ਼ਰੂਰਤ ਮਹਿਸੂਸ ਕੀਤੀ। ਉਸਦੇ ਦਿਲ ਦੇ ਵਿੱਚ ਤਾਂ ਸਿਰਫ ਅਤੇ ਸਿਰਫ ਆਲੀਆ ਸੀ ਅਤੇ ਉਹ ਉਸਦੇ ਹੀ ਖਿਆਲਾਂ ਦੇ ਵਿੱਚ ਗਵਾਚਿਆ ਰਹਿੰਦਾ ਸੀ। ਇਹ ਸਭ ਕੁਝ ਸੋਚਦੇ ਸੋਚਦੇ ਸੰਜਨਾ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿਣ ਲੱਗੇ। ਉਹਨਾਂ ਨੂੰ ਆਪਣੀ ਮਰਦੀ ਹੋਈ ਸਹੇਲੀ ਦਾ ਚਿਹਰਾ ਬਾਰ-ਬਾਰ ਯਾਦ ਆ ਰਿਹਾ ਸੀ। ਉਹ ਸੋਚ ਰਹੀ ਸੀ ਕਿ ਮੈਂ ਮਰਨ ਤੋਂ ਬਾਅਦ ਉਸ ਦਾ ਸਾਹਮਣਾ ਕਿਵੇਂ ਕਰਾਂਗੀ, ਉਸ ਨੂੰ ਮੈਂ ਕੀ ਜਵਾਬ ਦਿਆਂਗੀ ਕਿ ਮੈਂ ਉਸਦੀ ਕੋਮਲ ਨੂੰ ਬੇਸਹਾਰਾ ਛੱਡ ਕੇ ਆ ਗਈ ਹਾਂ। ਮੈਂ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੀ। ਸੰਜਨਾ ਦੇ ਅੰਦਰ ਇੱਕ ਜੰਗ ਜਿਹੀ ਛਿੜੀ ਹੋਈ ਸੀ। ਇਹ ਸੋਚਦੇ ਸੋਚਦੇ ਉਹ ਸੋਫੇ ਤੇ ਇੱਕ ਪਾਸੇ ਲਟਕ ਗਈ ਸੀ ਅਤੇ ਬੇਹੋਸ਼ ਹੋ ਗਈ। ਜਦੋਂ ਮੇਰੀ ਅੱਖ ਖੁੱਲੀ ਤਾਂ ਰਾਤ ਦੇ 8 ਵੱਜ ਰਹੇ ਸਨ। ਮੈਨੂੰ ਹੈਰਾਨੀ ਹੋਈ ਕਿ ਅਜੇ ਤੱਕ ਮਾਂ ਨੇ ਮੈਨੂੰ ਉਠਾਇਆ ਕਿਉਂ ਨਹੀਂ ਸੀ। ਇੰਨੇ ਸਮੇਂ ਦੇ ਵਿੱਚ ਤਾਂ ਉਹ ਮੈਨੂੰ 4-5 ਵਾਰ ਉਠਾ ਚੁੱਕੀ ਹੁੰਦੀ। ਹੁਣ ਮੈਨੂੰ ਭੁੱਖ ਵੀ ਲੱਗ ਰਹੀ ਸੀ, ਇਸ ਕਰਕੇ ਮੈਂ ਮਾਂ ਨੂੰ ਆਵਾਜ਼ ਮਾਰੀ, ਪਰ ਮੇਰੀ ਮਾਂ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ। ਮੈਂ ਜਿਵੇਂ ਹੀ ਕਿਚਨ ਦੇ ਵੱਲ ਵਧਣ ਲੱਗਿਆ ਤਾਂ ਮੇਰੀ ਨਿਗਾਹ ਸੋਫੇ ਤੇ ਪਈ। ਮਾਂ ਨੂੰ ਇਸ ਤਰ੍ਹਾਂ ਬੇਹੋਸ਼ ਪਈ ਦੇਖ ਕੇ ਮੇਰਾ ਦਿਲ ਧੜਕਣਾ ਭੁੱਲ ਗਿਆ। ਮੈਂ ਭੱਜ ਕੇ ਮਾਂ ਦੇ ਕੋਲ ਆਇਆ। ਮੰਮੀ ਕੀ ਹੋ ਗਿਆ ਤੁਹਾਨੂੰ? ਤੁਸੀਂ ਗੱਲ ਕਿਉਂ ਨਹੀਂ ਸੁਣ ਰਹੇ? ਮੈਂ ਆਪਣੀ ਮਾਂ ਨੂੰ ਹੋਸ਼ ਵਿੱਚ ਲਿਆਉਣ ਦੀ ਹਰ ਇੱਕ ਸੰਭਵ ਕੋਸ਼ਿਸ਼ ਕੀਤੀ, ਪਰ ਉਹ ਬਹੁਤ ਬੇਹੋਸ਼ੀ ਦੇ ਵਿੱਚ ਸੀ। ਉਹਨਾਂ ਦੀਆਂ ਅੱਖਾਂ ਨਹੀਂ ਖੁੱਲ ਰਹੀਆਂ ਸਨ। ਮੈਂ ਜਲਦੀ ਨਾਲ ਉਹਨਾਂ ਨੂੰ ਆਪਣੀਆਂ ਬਾਹਾਂ ਦੇ ਵਿੱਚ ਚੱਕ ਕੇ ਗੱਡੀ ਦੇ ਵੱਲ ਭੱਜਿਆ। ਮਾਂ ਨੂੰ ਪਿਛਲੀ ਸੀਟ ਤੇ ਲਿਟਾ ਕੇ ਮੈਂ ਤੇਜ਼ੀ ਨਾਲ ਹਸਪਤਾਲ ਦੇ ਵੱਲ ਭੱਜਿਆ। ਡਾਕਟਰਾਂ ਨੇ ਉਹਨਾਂ ਨੂੰ ਐਮਰਜੈਂਸੀ ਦੇ ਵਿੱਚ ਐਡਮਿਟ ਕਰ ਲਿਆ। ਡਾਕਟਰ ਨੇ ਦੱਸਿਆ ਤੁਹਾਡੀ ਮਾਂ ਦਾ BP ਬਹੁਤ ਵੱਧ ਗਿਆ ਸੀ, ਇਸ ਕਰਕੇ ਉਹ ਬੇਹੋਸ਼ ਹੋ ਗਈ ਸੀ। ਉਹਨਾਂ ਨੂੰ ਦਵਾਈਆਂ ਦੇ ਦਿੱਤੀਆਂ ਗਈਆਂ ਹਨ ਅਤੇ ਡਾਕਟਰ ਨੇ ਮੈਨੂੰ ਇਹ ਵੀ ਕਿਹਾ ਕਿ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਟੈਨਸ਼ਨ ਨਾ ਦਿਓ। ਮੈਂ ਮਾਂ ਦੇ ਕੋਲ ਗਿਆ। ਉਹਨਾਂ ਨੂੰ ਹੋਸ਼ ਆ ਚੁੱਕਿਆ ਸੀ, ਪਰ ਉਹ ਅਜੇ ਵੀ ਮੇਰੇ ਨਾਲ ਨਾਰਾਜ਼ ਸੀ। ਮੈਂ ਉਹਨਾਂ ਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਫੜ ਕੇ ਕਿਹਾ, ਮਾਂ ਤੁਸੀਂ ਬੇਕਾਰ ਦੇ ਵਿੱਚ ਆਪਣਾ BP ਵਧਾ ਲਿਆ। ਜੇਕਰ ਤੁਹਾਨੂੰ ਕੁਝ ਹੋ ਜਾਂਦਾ ਤਾਂ ਮੈਂ ਕੀ ਕਰਦਾ? ਤੁਹਾਨੂੰ ਪਤਾ ਹੈ ਨਾ ਕਿ ਤੁਹਾਡੇ ਤੋਂ ਇਲਾਵਾ ਮੇਰਾ ਇਸ ਦੁਨੀਆ ਦੇ ਵਿੱਚ ਹੋਰ ਕੋਈ ਨਹੀਂ। ਪਰ ਮਾਂ ਮੇਰੇ ਨਾਲ ਫਿਰ ਵੀ ਨਾਰਾਜ਼ ਸੀ। ਮੈਂ ਹੌਲੀ ਜਿਹੀ ਕਿਹਾ, ਮਾਂ ਮੈਨੂੰ ਪਤਾ ਹੈ ਤੁਸੀਂ ਮੇਰੇ ਨਾਲ ਕਿਉਂ ਨਾਰਾਜ਼ ਹੋ, ਪਰ ਤੁਸੀਂ ਕਿਉਂ ਮੇਰੀ ਪੂਰੀ ਜ਼ਿੰਦਗੀ ਬਰਬਾਦ ਕਰਨਾ ਚਾਹੁੰਦੇ ਹੋ? ਮੇਰੀ ਮਾਂ ਅਜੇ ਵੀ ਕੁਝ ਨਹੀਂ ਬੋਲੀ ਸੀ। ਮੈਂ ਆਪਣੀ ਮਾਂ ਨੂੰ ਫਿਰ ਕਿਹਾ, ਤੁਸੀਂ ਆਪਣੀ ਮਰੀ ਹੋਈ ਸਹੇਲੀ ਦੇ ਨਾਲ ਕੀਤਾ ਹੋਇਆ ਵਾਅਦਾ ਨਿਭਾਉਣਾ ਚਾਹੁੰਦੇ ਹੋ, ਪਰ ਤੁਹਾਨੂੰ ਆਪਣੇ ਜਿਉਂਦੇ ਬੇਟੇ ਦੀਆਂ ਇੱਛਾਵਾਂ ਦੀ ਕੋਈ ਪਰਵਾਹ ਨਹੀਂ। ਤੁਸੀਂ ਕਿਉਂ ਨਹੀਂ ਸਮਝ ਰਹੇ? ਮੈਂ ਕਿਸੇ ਹੋਰ ਦੇ ਨਾਲ ਪਿਆਰ ਕਰਦਾ ਹਾਂ। ਮੈਂ ਆਲੀਆ ਦੇ ਬਿਨਾਂ ਨਹੀਂ ਰਹਿ ਸਕਦਾ। ਮੈਂ ਉਸਦੇ ਨਾਲ ਵਿਆਹ ਦਾ ਵਾਅਦਾ ਕਰ ਚੁੱਕਿਆ ਹਾਂ। ਮੇਰੀ ਮਾਂ ਨੇ ਮੇਰੇ ਤੋਂ ਆਪਣਾ ਹੱਥ ਛੁਡਾ ਲਿਆ ਤੇ ਕਿਹਾ, ਤਾਂ ਜਾ ਫਿਰ ਉਸੇ ਲੜਕੀ ਦੇ ਨਾਲ ਹੀ ਵਿਆਹ ਕਰ ਲੈ। ਤੇਰਾ ਵਾਅਦਾ ਹੈ, ਪਰ ਮੇਰਾ ਵਾਅਦਾ ਕੋਈ ਅਹਿਮੀਅਤ ਨਹੀਂ ਰੱਖਦਾ। ਉਹਨਾਂ ਦੀ ਗੱਲ ਸੁਣ ਕੇ ਮੇਰਾ ਦਿਲ ਟੁੱਟਣ ਲੱਗਿਆ। ਡਾਕਟਰ ਨੇ ਮਨਾ ਕੀਤਾ ਸੀ ਕਿ ਮੈਂ ਉਹਨਾਂ ਨੂੰ ਕੋਈ ਟੈਨਸ਼ਨ ਨਾ ਦੇਵਾਂ ਅਤੇ ਜਦੋਂ ਮੈਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਦੇਖੇ ਤਾਂ ਮੈਂ ਅੰਦਰੋਂ ਟੁੱਟ ਗਿਆ। ਮੇਰੀ ਸਾਰੀ ਜਿੱਦ ਉਹਨਾਂ ਦੇ ਹੰਝੂਆਂ ਦੇ ਵਿੱਚ ਬਹਿ ਗਈ। ਮੈਂ ਕਿਹਾ, ਪਲੀਜ਼ ਮਾਂ ਇਸ ਤਰ੍ਹਾਂ ਨਾ ਰੋ, ਮੈਨੂੰ ਤਕਲੀਫ ਹੁੰਦੀ ਹੈ। ਠੀਕ ਹੈ, ਮੈਂ ਕੋਮਲ ਦੇ ਨਾਲ ਵਿਆਹ ਕਰਨ ਦੇ ਲਈ ਤਿਆਰ ਹਾਂ, ਪਰ ਪਲੀਜ਼ ਮੇਰੇ ਨਾਲ ਨਾਰਾਜ਼ ਨਾ ਹੋ। ਮੇਰੀ ਮਾਂ ਮੇਰੀ ਗੱਲ ਸੁਣ ਕੇ ਜਿਵੇਂ ਫਿਰ ਤੋਂ ਜਿਉਂਦੀ ਹੋ ਗਈ। ਉਹਨਾਂ ਨੇ ਮੇਰੇ ਮੱਥੇ ਨੂੰ ਚੁੰਮ ਕੇ ਮੈਨੂੰ ਅਸ਼ੀਰਵਾਦ ਦਿੱਤਾ। ਕਹਿਣ ਲੱਗੀ, ਅਵਨੀਸ਼ ਤੂੰ ਇਸ ਰਿਸ਼ਤੇ ਤੋਂ ਕਦੇ ਵੀ ਦੁਖੀ ਨਹੀਂ ਹੋਵੇਗਾ। ਦੇਖਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਇੰਨੀਆਂ ਖੁਸ਼ੀਆਂ ਆਉਣਗੀਆਂ ਕਿ ਤੁਹਾਡੇ ਤੋਂ ਸੰਭਾਲੀਆਂ ਨਹੀਂ ਜਾਣਗੀਆਂ। ਕੋਮਲ ਬਹੁਤ ਹੀ ਚੰਗੀ ਅਤੇ ਪਿਆਰੀ ਬੱਚੀ ਹੈ। ਮੈਂ ਸਿਰ ਝੁਕਾ ਕੇ ਬੈਠ ਗਿਆ ਸੀ। ਅੰਦਰੋਂ ਮੇਰਾ ਦਿਲ ਟੁੱਟ ਚੁੱਕਿਆ ਸੀ। ਮੈਂ ਸੋਚ ਰਿਹਾ ਸੀ ਕਿ ਮੈਂ ਆਲੀਆ ਨੂੰ ਕਿਸ ਮੂੰਹ ਦੇ ਨਾਲ ਦੱਸਾਂ ਕਿ ਮੇਰਾ ਵਿਆਹ ਹੋ ਰਿਹਾ ਹੈ ਅਤੇ ਹੁਣ ਕੋਈ ਹੋਰ ਲੜਕੀ ਮੇਰੀ ਜ਼ਿੰਦਗੀ ਦੇ ਵਿੱਚ ਆਉਣ ਵਾਲੀ ਹੈ। ਮੈਂ ਮਾਂ ਨੂੰ ਘਰ ਲੈ ਆਇਆ। ਮਾਂ ਤਾਂ ਜਿਵੇਂ ਇਸੇ ਇੰਤਜ਼ਾਰ ਦੇ ਵਿੱਚ ਸੀ। ਹੁਣ ਉਹਨਾਂ ਨੂੰ ਆਪਣੀ ਬਿਮਾਰੀ ਦੀ ਕੋਈ ਪਰਵਾਹ ਨਹੀਂ ਸੀ। ਉਹਨਾਂ ਨੇ ਉਸੇ ਦਿਨ ਹੀ ਰੋਹਿਤ ਨੂੰ ਫੋਨ ਕਰਕੇ ਵਿਆਹ ਦੀ ਤਰੀਕ ਪੱਕੀ ਕਰ ਦਿੱਤੀ। 1 ਮਹੀਨੇ ਬਾਅਦ ਮੇਰਾ ਵਿਆਹ ਸੀ। ਮੈਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ, ਪਰ ਮੈਂ ਆਫਿਸ ਜੁਆਇਨ ਕਰ ਲਿਆ ਸੀ। ਆਲੀਆ ਨੇ ਖੁਸ਼ੀ-ਖੁਸ਼ੀ ਮੇਰਾ ਸਵਾਗਤ ਕੀਤਾ ਸੀ। ਉਹ ਪਹਿਲਾਂ ਦੀ ਤਰ੍ਹਾਂ ਹੀ ਮੇਰੇ ਨਾਲ ਗੱਲ ਕਰ ਰਹੀ ਸੀ, ਹੱਸ ਰਹੀ ਸੀ ਅਤੇ ਮੈਂ ਬਸ ਹਾਂ ਹੂੰ ਦੇ ਵਿੱਚ ਜਵਾਬ ਦੇ ਰਿਹਾ ਸੀ। ਪਰ ਅੱਜ ਤੱਕ ਮੈਂ ਆਲੀਆ ਨੂੰ ਆਪਣੇ ਵਿਆਹ ਦੀ ਗੱਲ ਨਹੀਂ ਦੱਸੀ ਸੀ। ਮੇਰੇ ਅੰਦਰ ਇੰਨੀ ਹਿੰਮਤ ਹੀ ਨਹੀਂ ਸੀ। ਮਹੀਨਾ ਵੀ ਹੌਲੀ-ਹੌਲੀ ਬੀਤ ਗਿਆ ਤੇ ਅੱਜ ਮੇਰੀ ਮਾਂ ਕੋਮਲ ਨੂੰ ਮੇਰੀ ਦੁਲਹਨ ਬਣਾ ਕੇ ਘਰ ਦੇ ਵਿੱਚ ਲੈ ਆਈ ਸੀ। ਉਹ ਲੜਕੀ ਜੋ ਹੁਣ ਮੇਰੀ ਪਤਨੀ ਬਣ ਚੁੱਕੀ ਸੀ, ਮੇਰੇ ਕਮਰੇ ਦੇ ਵਿੱਚ ਦੁਲਹਨ ਬਣੀ ਬੈਠੀ ਸੀ ਅਤੇ ਮੈਂ ਅੰਦਰੋਂ ਟੁੱਟਿਆ ਹੋਇਆ ਸੀ। ਮਾਂ ਨੇ ਮੇਰਾ ਹੱਥ ਫੜ ਕੇ ਮੈਨੂੰ ਕਮਰੇ ਦੇ ਅੰਦਰ ਧੱਕਾ ਦੇ ਦਿੱਤਾ। ਸੱਚ ਕਹਾਂ ਤਾਂ ਮੇਰਾ ਕਮਰੇ ਦੇ ਵਿੱਚ ਜਾਣ ਦਾ ਬਿਲਕੁਲ ਵੀ ਮਨ ਨਹੀਂ ਸੀ। ਜਦੋਂ ਮੈਂ ਮਜਬੂਰੀ ਦੇ ਵਿੱਚ ਕਮਰੇ ਦੇ ਵਿੱਚ ਦਾਖਲ ਹੋਇਆ ਤਾਂ ਕੋਮਲ ਅੰਦਰ ਬੈਠੀ ਸੀ। ਉਸ ਨੂੰ ਦੇਖ ਕੇ ਮੇਰੇ ਅੰਦਰ ਗੁੱਸੇ ਦੀਆਂ ਲਹਿਰਾਂ ਉੱਠਣ ਲੱਗੀਆਂ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਸੇ ਦੇ ਕਾਰਨ ਹੀ ਮੈਂ ਆਪਣੇ ਪਿਆਰ ਤੋਂ ਦੂਰ ਹੋਇਆ ਹਾਂ। ਮੈਂ ਅੱਗੇ ਵਧਿਆ ਤੇ ਕੋਮਲ ਨੂੰ ਬਾਂਹ ਤੋਂ ਫੜ ਕੇ ਝੰਜੋੜ ਦਿੱਤਾ। ਮੇਰੇ ਅੱਖਾਂ ਦੇ ਵਿੱਚੋਂ ਗੁੱਸਾ ਸਾਫ਼
ਦਿਖ ਰਿਹਾ ਸੀ। ਕੋਮਲ ਹੈਰਾਨੀ ਦੇ ਨਾਲ ਮੈਨੂੰ ਦੇਖ ਰਹੀ ਸੀ। ਸ਼ਾਇਦ ਉਸਨੇ ਵਿਆਹ ਦੀ ਇਸ ਰਾਤ ਨੂੰ ਲੈ ਕੇ ਕੁਝ ਹੋਰ ਹੀ ਉਮੀਦਾਂ ਪਾਲ ਰੱਖੀਆਂ ਸਨ। ਇਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਕਹਿੰਦਾ, ਮੇਰੇ ਜੇਬ ਦੇ ਵਿੱਚ ਪਿਆ ਹੋਇਆ ਮੋਬਾਈਲ ਵੱਜ ਪਿਆ। ਮੈਂ ਫੋਨ ਚੱਕ ਕੇ ਦੇਖਿਆ ਤਾਂ ਸਕਰੀਨ ਤੇ ਆਲੀਆ ਦਾ ਨੰਬਰ ਚਮਕ ਰਿਹਾ ਸੀ। ਰਾਤ ਦੇ 11 ਵਜੇ ਉਸਦਾ ਫੋਨ ਆਉਣਾ ਮਤਲਬ ਸਾਫ਼ ਸੀ ਕਿ ਉਸ ਨੂੰ ਮੇਰੇ ਵਿਆਹ ਦੀ ਖਬਰ ਮਿਲ ਚੁੱਕੀ ਸੀ। ਜਿਵੇਂ ਹੀ ਮੈਂ ਫੋਨ ਚੱਕਿਆ ਤਾਂ ਉਹ ਬਹੁਤ ਜ਼ਿਆਦਾ ਰੋ ਰਹੀ ਸੀ। ਅਵਨੀਸ਼, ਤੁਸੀਂ ਇਸ ਤਰ੍ਹਾਂ ਕਿਉਂ ਕੀਤਾ? ਤੁਸੀਂ ਵਿਆਹ ਕਰ ਲਿਆ, ਤੁਸੀਂ ਮੈਨੂੰ ਧੋਖਾ ਦਿੱਤਾ ਹੈ। ਮੈਂ ਤੁਹਾਨੂੰ ਕਦੇ ਮਾਫ਼ ਨਹੀਂ ਕਰਾਂਗੀ। ਮੈਂ ਤੁਹਾਡੇ ਬਿਨਾਂ ਮਰ ਜਾਵਾਂਗੀ। ਮੈਨੂੰ ਪਤਾ ਸੀ ਕਿ ਆਲੀਆ ਬਹੁਤ ਹੀ ਜਜ਼ਬਾਤੀ ਹੈ ਅਤੇ ਉਹ ਗੁੱਸੇ ਦੇ ਵਿੱਚ ਕੋਈ ਗਲਤ ਕਦਮ ਨਾ ਚੱਕ ਲਵੇ। ਮੈਂ ਕੋਮਲ ਨੂੰ ਉੱਥੇ ਹੀ ਛੱਡਿਆ ਅਤੇ ਆਲੀਆ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨ ਲੱਗਿਆ। ਆਲੀਆ, ਪਲੀਜ਼ ਹੋਸ਼ ਦੇ ਵਿੱਚ ਆਓ। ਅਜਿਹਾ ਕੋਈ ਗਲਤ ਕਦਮ ਨਾ ਚੁੱਕਿਓ। ਮੇਰੀ ਗੱਲ ਸੁਣੋ ਪਲੀਜ਼। ਇਹ ਵਿਆਹ ਮੇਰੀ ਮਾਂ ਨੇ ਆਪਣੀ ਮਰਜ਼ੀ ਦੇ ਨਾਲ ਕਰਵਾਇਆ ਹੈ। ਇਸ ਦੇ ਵਿੱਚ ਮੇਰੀ ਕੋਈ ਮਰਜ਼ੀ ਨਹੀਂ ਸੀ। ਪਿੱਛੇ ਬੈੱਡ ਤੇ ਬੈਠੀ ਹੋਈ ਕੋਮਲ ਮੇਰੀਆਂ ਸਾਰੀਆਂ ਗੱਲਾਂ ਸੁਣ ਰਹੀ ਸੀ ਅਤੇ ਉਸਦੇ ਚਿਹਰੇ ਦਾ ਰੰਗ ਬਦਲ ਗਿਆ ਸੀ। ਮੈਨੂੰ ਉਸ ਦੀ ਪਰਵਾਹ ਨਹੀਂ ਸੀ। ਆਲੀਆ ਅਜੇ ਵੀ ਰੋ ਰਹੀ ਸੀ। ਅਵਨੀਸ਼, ਮੈਂ ਆਪਣੇ ਆਪ ਨੂੰ ਖਤਮ ਕਰ ਲਵਾਂਗੀ। ਤੁਸੀਂ ਮੈਨੂੰ ਧੋਖਾ ਦਿੱਤਾ ਹੈ। ਮੈਂ ਕਿਹਾ, ਆਲੀਆ, ਤੁਸੀਂ ਇਸ ਤਰ੍ਹਾਂ ਦਾ ਕੁਝ ਨਹੀਂ ਕਰੋਗੇ। ਮੈਂ ਹੁਣੇ ਹੀ ਇਸੇ ਸਮੇਂ ਤੁਹਾਡੇ ਕੋਲ ਆ ਰਿਹਾ ਹਾਂ। ਮੈਂ ਫੋਨ ਜਲਦੀ ਨਾਲ ਜੇਬ ਦੇ ਵਿੱਚ ਪਾਇਆ ਅਤੇ ਉਸੇ ਸਮੇਂ ਹੀ ਘਰ ਤੋਂ ਨਿਕਲ ਗਿਆ। ਕੋਮਲ ਮੈਨੂੰ ਜਾਂਦੇ ਹੋਏ ਬਸ ਦੇਖਦੀ ਰਹਿ ਗਈ। ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਭਰੇ ਹੋਏ ਸਨ, ਪਰ ਮੈਂ ਉਸਦੇ ਵੱਲੋਂ ਇੱਕਦਮ ਬੇਪਰਵਾਹ ਸੀ। ਮੈਨੂੰ ਆਲੀਆ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਦਿਖ ਰਿਹਾ ਸੀ। ਜਿਵੇਂ ਹੀ ਮੈਂ ਆਲੀਆ ਦੇ ਘਰ ਪਹੁੰਚਿਆ ਤਾਂ ਉਹ ਇਕੱਲੀ ਸੀ, ਜਿਵੇਂ ਕਿ ਹਮੇਸ਼ਾ ਹੁੰਦਾ ਸੀ। ਮੈਂ ਜਦੋਂ ਉਸਦੇ ਕੋਲ ਪਹੁੰਚਿਆ ਤਾਂ ਉਹ ਬਹੁਤ ਜ਼ਿਆਦਾ ਟੁੱਟੀ ਹੋਈ ਸੀ। ਉਸਦੇ ਮਾਤਾ-ਪਿਤਾ ਤਾਂ ਹਮੇਸ਼ਾ ਦੇਸ਼-ਵਿਦੇਸ਼ ਘੁੰਮਦੇ ਰਹਿੰਦੇ ਸਨ ਅਤੇ ਇਸ ਸਮੇਂ ਵੀ ਉਹ ਘਰ ਦੇ ਵਿੱਚ ਇਕੱਲੀ ਸੀ। ਉਸ ਦੀ ਹਾਲਤ ਦੇਖ ਕੇ ਮੇਰਾ ਦਿਲ ਅੰਦਰੋਂ ਕੰਬ ਗਿਆ। ਉਸ ਦੀਆਂ ਅੱਖਾਂ ਰੋ-ਰੋ ਕੇ ਸੁੱਜ ਚੁੱਕੀਆਂ ਸਨ ਅਤੇ ਮੈਂ ਅੰਦਰ ਤੱਕ ਹਿੱਲ ਗਿਆ ਸੀ। ਮੈਂ ਉਸਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ। ਮੈਂ ਕਿਹਾ, ਆਲੀਆ, ਪਲੀਜ਼ ਆਪਣੇ ਆਪ ਨੂੰ ਸੰਭਾਲੋ। ਮੈਂ ਜੋ ਕੁਝ ਵੀ ਕੀਤਾ ਹੈ ਉਹ ਸਿਰਫ ਮੈਂ ਆਪਣੀ ਮਾਂ ਦੀ ਜਾਨ ਬਚਾਉਣ ਦੇ ਲਈ ਕੀਤਾ ਹੈ। ਜੇਕਰ ਮੈਂ ਇਹ ਵਿਆਹ ਨਾ ਕਰਦਾ ਤਾਂ ਮੇਰੀ ਮਾਂ ਮਰ ਜਾਂਦੀ ਅਤੇ ਮੈਂ ਆਪਣੀ ਮਾਂ ਦੇ ਨਾਲ ਬਹੁਤ ਪਿਆਰ ਕਰਦਾ ਹਾਂ। ਆਲੀਆ ਨੇ ਮੈਨੂੰ ਆਪਣੇ ਆਪ ਤੋਂ ਦੂਰ ਧੱਕਾ ਦਿੰਦੇ ਹੋਏ ਕਿਹਾ, ਅਤੇ ਮੈਂ ਤੁਹਾਡੇ ਲਈ ਕੋਈ ਮਾਇਨੇ ਨਹੀਂ ਰੱਖਦੀ। ਜੇਕਰ ਮੈਂ ਮਰ ਜਾਵਾਂ ਤਾਂ। ਉਸ ਦੀਆਂ ਗੱਲਾਂ ਨੂੰ ਸੁਣ ਕੇ ਮੇਰਾ ਦਿਲ ਹੋਰ ਵੀ ਟੁੱਟ ਗਿਆ। ਮੈਂ ਉਸ ਦੇ ਬੁੱਲ੍ਹਾਂ ਤੇ ਆਪਣੀ ਉਂਗਲੀ ਰੱਖ ਦਿੱਤੀ। ਮੈਂ ਕਿਹਾ, ਪਲੀਜ਼ ਆਲੀਆ, ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ। ਤੁਸੀਂ ਵੀ ਮੇਰੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੋ। ਮੈਂ ਤੁਹਾਨੂੰ ਵੀ ਗਵਾ ਨਹੀਂ ਸਕਦਾ। ਮੈਂ ਬਹੁਤ ਸਮੇਂ ਤੱਕ ਉਸ ਨੂੰ ਮਨਾਉਂਦਾ ਰਿਹਾ। ਅੰਤ ਤੇ ਉਹ ਸਿਰਫ ਇਸ ਵਾਅਦੇ ਤੇ ਮੰਨੀ ਸੀ ਕਿ ਮੈਂ ਜਲਦ ਹੀ ਕੋਮਲ ਨੂੰ ਤਲਾਕ ਦੇ ਕੇ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰ ਲਵਾਂ। ਆਲੀਆ ਦਾ ਗੁੱਸਾ ਅਤੇ ਨਾਰਾਜ਼ਗੀ ਥੋੜੀ ਘੱਟ ਹੋਈ, ਪਰ ਮੇਰੇ ਅੰਦਰ ਦਾ ਤਣਾਅ ਹੋਰ ਵੀ ਵੱਧ ਗਿਆ ਸੀ। ਰਾਤ ਦੇ ਕਰੀਬ 4 ਵਜੇ ਮੈਂ ਘਰ ਦੇ ਵਿੱਚ ਵਾਪਸ ਮੁੜਿਆ। ਮੈਂ ਕੋਸ਼ਿਸ਼ ਕੀਤੀ ਕਿ ਕਿਸੇ ਨੂੰ ਵੀ ਇਸ ਗੱਲ ਦੀ ਖਬਰ ਨਾ ਹੋਵੇ ਕਿ ਪੂਰੀ ਰਾਤ ਮੈਂ ਘਰ ਦੇ ਵਿੱਚ ਨਹੀਂ ਸੀ। ਜਦੋਂ ਮੈਂ ਕਮਰੇ ਦੇ ਵਿੱਚ ਪਹੁੰਚਿਆ ਤਾਂ ਮੈਨੂੰ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਮੈਂ ਇੱਧਰ-ਉੱਧਰ ਦੇਖਿਆ ਤਾਂ ਮੈਨੂੰ ਕੋਮਲ ਕਿਤੇ ਦਿਖਾਈ ਨਹੀਂ ਦਿੱਤੀ, ਪਰ ਘਰ ਦੇ ਵਿੱਚੋਂ ਹਲਕੀ-ਹਲਕੀ ਆਵਾਜ਼ ਆ ਰਹੀ ਸੀ। ਜਦੋਂ ਮੈਂ ਉੱਥੇ ਗਿਆ ਤਾਂ ਮੈਂ ਦੇਖਿਆ ਕਿ ਕੋਮਲ ਸਾਹਮਣੇ ਬੈਠ ਕੇ ਰੋ ਰਹੀ ਸੀ। ਉਹ ਸ਼ਾਇਦ ਕੁਝ ਮੂੰਹ ਦੇ ਵਿੱਚ ਬੋਲ ਵੀ ਰਹੀ ਸੀ, ਪਰ ਮੈਂ ਸਾਫ਼ ਸੁਣ ਨਹੀਂ ਸਕਿਆ। ਮੇਰੀ ਆਵਾਜ਼ ਸੁਣ ਕੇ ਉਸਨੇ ਜਲਦੀ ਨਾਲ ਹੰਝੂ ਪੂੰਝੇ। ਮੈਂ ਕੁਝ ਕਹਿਣ ਹੀ ਵਾਲਾ ਸੀ ਕਿ ਉਹ ਪਹਿਲਾਂ ਹੀ ਰੂਮ ਦੇ ਵਿੱਚ ਆ ਗਈ। ਮੈਂ ਆਪਣੇ ਬੂਟ ਉਤਾਰ ਰਿਹਾ ਸੀ ਜਦੋਂ ਉਹ ਮੇਰੇ ਸਾਹਮਣੇ ਆ ਕੇ ਖੜੀ ਹੋ ਗਈ। ਮੈਨੂੰ ਲੱਗਿਆ ਕਿ ਹੁਣ ਉਹ ਮੇਰੇ ਨਾਲ ਲੜਾਈ ਕਰੇਗੀ, ਪਰ ਉਸਨੇ ਕੁਝ ਵੀ ਨਹੀਂ ਕਿਹਾ। ਮੈਂ ਉਸਨੂੰ ਸਖਤ ਲਹਿਜੇ ਦੇ ਵਿੱਚ ਕਿਹਾ, ਦੇਖੋ, ਮਾਂ ਨੂੰ ਇਸ ਬਾਰੇ ਦੇ ਵਿੱਚ ਕੁਝ ਵੀ ਪਤਾ ਨਹੀਂ ਲੱਗਣਾ ਚਾਹੀਦਾ ਕਿ ਮੈਂ ਪੂਰੀ ਰਾਤ ਕਮਰੇ ਦੇ ਵਿੱਚ ਨਹੀਂ ਸੀ। ਉਸਨੇ ਚੁੱਪਚਾਪ ਸਿਰ ਹਿਲਾ ਦਿੱਤਾ ਅਤੇ ਮੈਂ ਅੱਗੇ ਕਿਹਾ ਕਿ ਇਹ ਵਿਆਹ ਮੇਰੀ ਮਰਜ਼ੀ ਦੇ ਨਾਲ ਨਹੀਂ ਹੋਇਆ ਹੈ। ਇਸ ਕਰਕੇ ਮੇਰੇ ਨਾਲ ਕੋਈ ਵੀ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਨਾ ਕਰਿਓ। ਮੇਰੇ ਤੋਂ ਦੂਰ ਰਹੋ ਅਤੇ ਆਪਣੀ ਹੱਦ ਦੇ ਵਿੱਚ ਰਹੋ। ਮੇਰੀ ਇਹ ਗੱਲ ਸੁਣ ਕੇ ਉਸ ਦੀਆਂ ਅੱਖਾਂ ਹੰਝੂਆਂ ਦੇ ਨਾਲ ਭਰ ਗਈਆਂ ਸਨ, ਪਰ ਉਸਨੇ ਆਪਣੇ ਹੰਝੂਆਂ ਨੂੰ ਲੁਕੋ ਲਿਆ। ਮੈਂ ਸੋਚਿਆ ਸੀ ਕਿ ਉਹ ਗੁੱਸੇ ਨਾਲ ਮੇਰੇ ਤੇ ਚੀਕੇਗੀ, ਮੇਰੇ ਨਾਲ ਝਗੜੇਗੀ, ਪਰ ਉਹ ਇੱਕਦਮ ਚੁੱਪ ਰਹੀ। ਇਹ ਦੇਖ ਕੇ ਮੇਰਾ ਗੁੱਸਾ ਹੋਰ ਵੀ ਵੱਧ ਗਿਆ। ਮੇਰੇ ਤੋਂ ਦੂਰ ਰਹੋ ਅਤੇ ਮੇਰੇ ਨਾਲ ਕੋਈ ਵੀ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਜਾਓ, ਜਾ ਕੇ ਲਾਈਟ ਬੰਦ ਕਰੋ, ਮੈਂ ਸੌਣਾ ਹੈ। ਉਸਨੇ ਚੁੱਪਚਾਪ ਜਾ ਕੇ ਲਾਈਟ ਬੰਦ ਕਰ ਦਿੱਤੀ ਅਤੇ ਮੇਰੇ ਬਰਾਬਰ ਆ ਕੇ ਬੈੱਡ ਤੇ ਪੈਣ ਲੱਗੀ। ਮੈਂ ਇੱਕਦਮ ਗੁੱਸੇ ਨਾਲ ਉੱਠ ਕੇ ਬੈਠ ਗਿਆ। ਮੈਂ ਕਿਹਾ, ਤੁਹਾਨੂੰ ਇੱਕ ਗੱਲ ਸਮਝ ਦੇ ਵਿੱਚ ਨਹੀਂ ਆਉਂਦੀ? ਮੈਂ ਤੁਹਾਨੂੰ ਹੁਣੇ ਹੀ ਕਿਹਾ ਸੀ ਕਿ ਮੇਰੇ ਨੇੜੇ ਆਉਣ ਦੀ ਅਤੇ ਮੇਰੇ ਨਾਲ ਕੋਈ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਨਾ ਕਰੀ। ਇਹ ਮੇਰਾ ਬੈੱਡ ਹੈ ਅਤੇ ਇਸ ਤੇ ਤੁਹਾਡੀ ਕੋਈ ਜਗ੍ਹਾ ਨਹੀਂ ਹੈ। ਜਾਓ, ਕਿਤੇ ਹੋਰ ਜਾ ਕੇ ਸੌਂ ਜਾਓ। ਇਹ ਕਹਿ ਕੇ ਮੈਂ ਸਿਰਹਾਣਾ ਉਸਦੇ ਵੱਲ ਸੁੱਟਿਆ ਸੀ। ਉਹ ਸਿਰਹਾਣਾ ਹੱਥਾਂ ਦੇ ਵਿੱਚ ਫੜ ਕੇ ਕੁਝ ਸਮੇਂ ਤੱਕ ਮੈਨੂੰ ਦੇਖਦੀ ਰਹੀ। ਉਸ ਨੇ ਕਮਰੇ ਦੇ ਵਿੱਚ ਇੱਧਰ-ਉੱਧਰ ਦੇਖਿਆ, ਪਰ ਮੇਰੇ ਕਮਰੇ ਦੇ ਵਿੱਚ ਕੋਈ ਸੋਫਾ ਵੀ ਨਹੀਂ ਸੀ। ਕਾਰਪੇਟ ਤੇ ਜਾ ਕੇ ਉਹ ਚੁੱਪਚਾਪ ਲੇਟ ਗਈ। ਕਮਰੇ ਦੇ ਵਿੱਚ ਸਿਰਫ ਇੱਕ ਕੰਬਲ ਸੀ ਜਿਸ ਨੂੰ ਮੈਂ
ਆਪਣੇ ਤੇ ਲੈ ਲਿਆ ਸੀ। ਮੈਨੂੰ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਹੀਂ ਸੀ ਕਿ ਕਾਰਪੇਟ ਤੇ ਉਹ ਇੰਨੀ ਠੰਡ ਦੇ ਵਿੱਚ ਕਿਵੇਂ ਸੌਵੇਂਗੀ। ਕੁਝ ਹੀ ਸਮੇਂ ਦੇ ਵਿੱਚ ਮੈਂ ਗੂੜੀ ਨੀਂਦ ਦੇ ਵਿੱਚ ਸੌਂ ਗਿਆ। ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਸਭ ਤੋਂ ਪਹਿਲਾਂ ਮੇਰੀ ਨਿਗਾਹ ਕਾਰਪੇਟ ਤੇ ਪਈ। ਉਹ ਉੱਥੇ ਨਹੀਂ ਸੀ। ਮੈਂ ਸੋਚਿਆ ਉਹ ਬਾਥਰੂਮ ਦੇ ਵਿੱਚ ਹੋਵੇਗੀ, ਉਹ ਉੱਥੇ ਵੀ ਨਹੀਂ ਸੀ। ਥੋੜੀ ਬੇਚੈਨੀ ਦੇ ਨਾਲ ਮੈਂ ਕਿਚਨ ਦੇ ਵੱਲ ਵਧਿਆ ਤਾਂ ਦੇਖਿਆ ਕਿ ਉਹ ਮਾਂ ਦੇ ਨਾਲ ਨਾਸ਼ਤਾ ਬਣਾ ਰਹੀ ਸੀ। ਮੇਰੀ ਮਾਂ ਦੇ ਚਿਹਰੇ ਤੇ ਸ਼ਾਂਤੀ ਸੀ ਅਤੇ ਕੋਮਲ ਦੇ ਚਿਹਰੇ ਤੇ ਹਲਕੀ ਮੁਸਕਾਨ। ਇਸ ਦਾ ਮਤਲਬ ਉਸਨੇ ਮਾਂ ਨੂੰ ਕੁਝ ਨਹੀਂ ਦੱਸਿਆ ਸੀ। ਮੈਂ ਸੁੱਖ ਦਾ ਸਾਹ ਲਿਆ ਅਤੇ ਫਰੈਸ਼ ਹੋਣ ਦੇ ਲਈ ਕਮਰੇ ਦੇ ਵਿੱਚ ਆ ਗਿਆ। ਦਿਨ ਇਸ ਤਰ੍ਹਾਂ ਹੀ ਗੁਜ਼ਰਨ ਲੱਗੇ। 1 ਮਹੀਨਾ ਬੀਤ ਗਿਆ ਸੀ ਸਾਡੇ ਵਿਆਹ ਨੂੰ ਅਤੇ ਹੁਣ ਕੋਮਲ ਨੇ ਮਾਂ ਦੇ ਕਮਰੇ ਦੇ ਵਿੱਚੋਂ ਇੱਕ ਕੰਬਲ ਦਾ ਜੁਗਾੜ ਵੀ ਕਰ ਲਿਆ ਸੀ। ਪਰ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ। ਦਸੰਬਰ ਦਾ ਮਹੀਨਾ ਸੀ ਅਤੇ ਠੰਡ ਆਪਣੇ ਸਿਖਰ ਤੇ ਸੀ। ਕੋਮਲ ਅਜੇ ਵੀ ਹੇਠਾਂ ਕਾਰਪੇਟ ਤੇ ਹੀ ਸੌਂਦੀ ਸੀ ਜਦੋਂ ਕਿ ਮੈਂ ਉੱਪਰ ਬੈੱਡ ਤੇ। ਇੱਕ ਰਾਤ ਮੈਨੂੰ ਹਲਕੀ ਹਲਕੀ ਆਵਾਜ਼ ਸੁਣਾਈ ਦਿੱਤੀ। ਪਹਿਲਾਂ ਤਾਂ ਮੈਂ ਅਣਦੇਖਿਆ ਕੀਤਾ ਅਤੇ ਫਿਰ ਮੈਨੂੰ ਅਹਿਸਾਸ ਹੋਇਆ ਕਿ ਉਹ ਕੁਝ ਜ਼ਿਆਦਾ ਹੀ ਤਕਲੀਫ ਦੇ ਵਿੱਚ ਹੈ। ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਜਲਦੀ ਨਾਲ ਲਾਈਟ ਔਨ ਕੀਤੀ ਅਤੇ ਹੇਠਾਂ ਜਾ ਕੇ ਦੇਖਿਆ ਤਾਂ ਉਸਦਾ ਚਿਹਰਾ ਬੁਖਾਰ ਦੇ ਨਾਲ ਲਾਲ ਹੋ ਗਿਆ ਸੀ। ਉਸਦਾ ਪੂਰਾ ਸਰੀਰ ਤਪ ਰਿਹਾ ਸੀ। ਮੈਂ ਘਬਰਾ ਗਿਆ। ਮੈਂ ਉਸਨੂੰ ਉਠਾਉਣ ਦੀ ਕੋਸ਼ਿਸ਼ ਕੀਤੀ। ਕੋਮਲ ਉੱਠੋ, ਤੁਹਾਨੂੰ ਬਹੁਤ ਤੇਜ਼ ਬੁਖਾਰ ਹੈ ਅਤੇ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ। ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੀ। ਮੈਂ ਉਸਨੂੰ ਜ਼ੋਰ ਦੀ ਝੰਜੋੜਿਆ ਤਾਂ ਉਸਨੇ ਜਾ ਕੇ ਹੌਲੀ ਜਿਹੀ ਅੱਖਾਂ ਖੋਲੀਆਂ। ਮੈਂ ਬੁਰੀ ਤਰ੍ਹਾਂ ਘਬਰਾਇਆ ਹੋਇਆ ਸੀ। ਮੈਂ ਕਿਹਾ, ਤੁਸੀਂ ਬੈੱਡ ਤੇ ਆ ਕੇ ਬੈਠੋ, ਮੈਂ ਤੁਹਾਡੇ ਲਈ ਦਵਾਈ ਲੈ ਕੇ ਆਉਂਦਾ ਹਾਂ। ਜਿਵੇਂ ਹੀ ਉਹ ਖੜੀ ਹੋਣ ਦੀ ਕੋਸ਼ਿਸ਼ ਕਰਨ ਲੱਗੀ, ਉਹ ਇੱਕਦਮ ਡਿੱਗਣ ਵਾਲੀ ਸੀ। ਹੁਣ ਮੈਂ ਜਲਦੀ ਨਾਲ ਉਸਨੂੰ ਆਪਣੀਆਂ ਬਾਹਾਂ ਦੇ ਵਿੱਚ ਫੜ ਲਿਆ। ਉਸਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀ। ਉਸਦਾ ਨਾਜ਼ੁਕ ਜਿਹਾ ਸਰੀਰ ਮੇਰੀਆਂ ਬਾਹਾਂ ਦੇ ਵਿੱਚ ਡਿੱਗ ਪਿਆ ਸੀ ਅਤੇ ਮੈਂ ਉਸਨੂੰ ਬਾਹਾਂ ਦੇ ਵਿੱਚ ਸੰਭਾਲ ਲਿਆ ਸੀ। ਇੱਕਦਮ ਫੁੱਲਾਂ ਵਰਗੀ ਸੀ। ਜੇਕਰ ਮੈਂ ਉਸਨੂੰ ਕੱਸ ਕੇ ਫੜ ਲੈਂਦਾ ਤਾਂ ਉਹ ਇੱਕਦਮ ਟੁੱਟ ਜਾਂਦੀ। ਉਸ ਦੇ ਨੇੜੇ ਆਉਣ ਤੇ ਮੇਰੇ ਦਿਲ ਅੰਦਰ ਕੁਝ ਹੋਣ ਲੱਗਿਆ ਸੀ, ਪਰ ਮੈਂ ਜਲਦੀ ਹੀ ਆਪਣੇ ਆਪ ਨੂੰ ਸੰਭਾਲ ਲਿਆ ਸੀ ਅਤੇ ਫਿਰ ਮੈਂ ਉਸਨੂੰ ਬੈੱਡ ਤੇ ਲਿਟਾ ਦਿੱਤਾ। ਉਸ ਦਾ ਚਿਹਰਾ ਬੁਖਾਰ ਦੇ ਨਾਲ ਤਪ ਰਿਹਾ ਸੀ। ਪਹਿਲੀ ਵਾਰ ਮੈਂ ਉਸਨੂੰ ਇੰਨੇ ਧਿਆਨ ਦੇ ਨਾਲ ਦੇਖ ਰਿਹਾ ਸੀ। ਉਹ ਬਹੁਤ ਜ਼ਿਆਦਾ ਖੂਬਸੂਰਤ ਸੀ। ਦੁੱਧ ਵਰਗਾ ਚਿੱਟਾ ਰੰਗ। ਉਹ ਬਹੁਤ ਜ਼ਿਆਦਾ ਖੂਬਸੂਰਤ ਲੱਗ ਰਹੀ ਸੀ। ਉਹ ਇੰਨੀ ਸਾਦਗੀ ਅਤੇ ਬਿਨਾਂ ਮੇਕਅਪ ਦੇ ਹੀ ਇੰਨੀ ਜ਼ਿਆਦਾ ਸੁੰਦਰ ਸੀ ਕਿ ਮੇਰੇ ਦਿਲ ਦੇ ਵਿੱਚ ਹਲਚਲ ਹੋਣ ਲੱਗੀ। ਅਚਾਨਕ ਮੈਨੂੰ ਆਲੀਆ ਦਾ ਚਿਹਰਾ ਯਾਦ ਆ ਗਿਆ। ਆਲੀਆ ਹਮੇਸ਼ਾ ਮੇਕਅਪ ਦੇ ਨਾਲ ਲੱਤ-ਪੱਤ ਰਹਿੰਦੀ ਸੀ, ਬਹੁਤ ਹੀ ਜ਼ਿਆਦਾ ਤਿਆਰ ਹੁੰਦੀ ਸੀ, ਪਰ ਇੰਨਾ ਜ਼ਿਆਦਾ ਮੇਕਅਪ ਕਰਨ ਦੇ ਬਾਅਦ ਵੀ ਆਲੀਆ ਇਸ ਨਾਜ਼ੁਕ ਜਿਹੀ ਅਤੇ ਮਾਸੂਮ ਜਿਹੀ ਲੜਕੀ ਦੇ ਅੱਗੇ ਨਹੀਂ ਟਿਕਦੀ ਸੀ। ਆਲੀਆ ਤਾਂ ਕੋਮਲ ਦੇ ਨਹੁੰ ਦੇ ਬਰਾਬਰ ਵੀ ਨਹੀਂ ਸੀ। ਕੋਮਲ ਦੇ ਬੁੱਲ ਹੌਲੀ-ਹੌਲੀ ਹੱਲ ਰਹੇ ਸਨ। ਸ਼ਾਇਦ ਉਹ ਬੇਹੋਸ਼ੀ ਦੇ ਵਿੱਚ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੀ ਸੀ। ਨਾ ਚਾਹੁੰਦੇ ਹੋਏ ਵੀ ਮੇਰੀਆਂ ਉਂਗਲਾਂ ਉਸਦੇ ਬੁੱਲਾਂ ਤੇ ਟਿਕ ਗਈਆਂ ਸਨ ਅਤੇ ਮੈਂ ਉਹਨਾਂ ਗੁਲਾਬੀ ਬੁੱਲਾਂ ਦੀ ਨਰਮੀ ਨੂੰ ਮਹਿਸੂਸ ਕਰਨ ਲੱਗਿਆ ਸੀ। ਅਚਾਨਕ ਕੋਮਲ ਦੇ ਸਰੀਰ ਦੇ ਵਿੱਚ ਹਲਕੀ ਜਿਹੀ ਹਰਕਤ ਹੋਈ ਅਤੇ ਮੈਂ ਹੋਸ਼ ਦੇ ਵਿੱਚ ਆ ਗਿਆ। ਮੈਂ ਤੁਰੰਤ ਆਪਣਾ ਹੱਥ ਪਿੱਛੇ ਖਿੱਚ ਲਿਆ। ਇਹ ਮੈਂ ਕੀ ਕਰ ਰਿਹਾ ਸੀ? ਮੇਰੇ ਦਿਲ ਦੇ ਵਿੱਚ ਇਸ ਲੜਕੀ ਦੇ ਲਈ ਭਾਵਨਾਵਾਂ ਕਿਉਂ ਪੈਦਾ ਹੋ ਰਹੀਆਂ ਸਨ? ਕਹਿਣ ਦੇ ਲਈ ਤਾਂ ਇਹ ਲੜਕੀ ਮੇਰੀ ਪਤਨੀ ਸੀ, ਪਰ ਅੱਜ ਤੱਕ ਮੈਂ ਕਦੇ ਉਸ ਦੀ ਖੂਬਸੂਰਤੀ ਨੂੰ ਮਹਿਸੂਸ ਹੀ ਨਹੀਂ ਕੀਤਾ ਸੀ। ਪਰ ਅੱਜ ਮੈਂ ਕੁਝ ਸਮੇਂ ਦੇ ਲਈ ਉਸ ਦੇ ਵਿੱਚ ਗੁਆਚਣ ਲੱਗਿਆ ਸੀ। ਉਸ ਦੇ ਹੋਸ਼ ਦੇ ਵਿੱਚ ਆਉਣ ਤੇ ਮੈਂ ਸੁੱਖ ਦਾ ਸਾਹ ਲਿਆ, ਬੁਖਾਰ ਦੀ ਇੱਕ ਗੋਲੀ ਕੱਢੀ ਅਤੇ ਉਸਨੂੰ ਖਵਾ ਦਿੱਤੀ। ਕਾਫੀ ਸਮੇਂ ਤੱਕ ਮੈਂ ਉਸਦੇ ਮੱਥੇ ਤੇ ਠੰਡੇ ਪਾਣੀ ਦੀਆਂ ਪੱਟੀਆਂ ਰੱਖਦਾ ਰਿਹਾ। ਮੈਂ ਬਿਨਾਂ ਸੋਚੇ ਸਮਝੇ ਉਸਦੇ ਲਈ ਇਹ ਸਭ ਕੁਝ ਕਰ ਰਿਹਾ ਸੀ। ਹਾਲਾਂਕਿ ਮੈਂ ਚਾਹੁੰਦਾ ਤਾਂ ਮੈਂ ਮਾਂ ਨੂੰ ਆਵਾਜ਼ ਮਾਰ ਸਕਦਾ ਸੀ ਤਾਂ ਜਾਂ ਡਾਕਟਰ ਨੂੰ ਵੀ ਫੋਨ ਕਰ ਸਕਦਾ ਸੀ, ਪਰ ਮੈਂ ਖੁਦ ਹੀ ਉਸਦੇ ਸਾਰੇ ਕੰਮ ਕਰ ਰਿਹਾ ਸੀ। ਜਦੋਂ ਉਸ ਦਾ ਬੁਖਾਰ ਕੁਝ ਘੱਟ ਹੋਇਆ ਤਾਂ ਮੈਂ ਉੱਥੇ ਹੀ ਉਸਦੇ ਨਾਲ ਬੈੱਡ ਤੇ ਲੇਟ ਗਿਆ ਸੀ। ਕੋਮਲ ਨੇ ਬੇਹੋਸ਼ੀ ਦੇ ਵਿੱਚ ਮੇਰਾ ਹੱਥ ਫੜ ਲਿਆ ਸੀ ਅਤੇ ਚਾਹ ਕੇ ਵੀ ਮੈਂ ਆਪਣਾ ਹੱਥ ਉਸ ਤੋਂ ਛੁਡਵਾ ਨਹੀਂ ਸਕਿਆ। ਆਖਿਰਕਾਰ ਇਸ ਤਰ੍ਹਾਂ ਹੀ ਪਿਆ ਮੈਂ ਵੀ ਸੌਂ ਗਿਆ। ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਦੇਖਿਆ ਕਿ ਕੋਮਲ ਅਜੇ ਵੀ ਉਸੇ ਪੋਜੀਸ਼ਨ ਦੇ ਵਿੱਚ ਹੀ ਸੌਂ ਰਹੀ ਸੀ। ਉਸ ਦੇ ਹੱਥ ਦੇ ਵਿੱਚ ਮੇਰਾ ਹੱਥ ਅਜੇ ਵੀ ਸੀ। ਮੈਂ ਬਾਥਰੂਮ ਜਾਣਾ ਸੀ ਤਾਂ ਮੈਂ ਹੌਲੀ ਜਿਹੀ ਆਪਣਾ ਹੱਥ ਉਸਦੇ ਹੱਥ ਦੇ ਵਿੱਚੋਂ ਛੁਡਵਾਇਆ। ਮੇਰੀ ਇਸ ਹਰਕਤ ਦੇ ਕਾਰਨ ਉਸਦੀ ਅੱਖ ਖੁੱਲ ਗਈ ਸੀ। ਉਸਨੇ ਹੈਰਾਨ ਹੋ ਕੇ ਆਪਣੇ ਹੱਥਾਂ ਦੇ ਵਿੱਚ ਮੇਰਾ ਹੱਥ ਦੇਖਿਆ ਤੇ ਫਿਰ ਡਰਦੇ ਹੋਏ ਮੈਨੂੰ ਦੇਖਿਆ। ਕਹਿਣ ਲੱਗੀ, ਮੈਨੂੰ ਨਹੀਂ ਪਤਾ ਕਿ ਮੈਂ ਬੈੱਡ ਤੇ ਉੱਤੇ ਕਿਵੇਂ ਆਈ। ਸੱਚਮੁੱਚ ਮੈਂ ਤਾਂ ਹੇਠਾਂ ਕਾਰਪੇਟ ਤੇ ਸੁੱਤੀ ਸੀ। ਸ਼ਾਇਦ ਮੈਂ ਨੀਂਦ ਦੇ ਵਿੱਚ ਉੱਪਰ ਆ ਗਈ ਹੋਵਾਂਗੀ। ਪਲੀਜ਼ ਮੈਨੂੰ ਮਾਫ਼ ਕਰ ਦਿਓ। ਮੈਂ ਹੁਣੇ ਹੀ ਨੀਚੇ ਜਾ ਕੇ ਸੌਂ ਜਾਂਦੀ ਹਾਂ। ਉਹ ਜਲਦੀ ਨਾਲ ਆਪਣਾ ਸਿਰਹਾਣਾ ਚੱਕ ਕੇ ਹੇਠਾਂ ਕਾਰਪੇਟ ਤੇ ਜਾਣ ਲੱਗੀ, ਪਰ ਮੈਂ ਉਸਦਾ ਹੱਥ ਫੜ ਲਿਆ। ਮੈਂ ਕਿਹਾ, ਕੋਈ ਗੱਲ ਨਹੀਂ, ਤੁਸੀਂ ਬੈੱਡ ਤੇ ਹੀ ਸੌਂ ਜਾਓ। ਹੇਠਾਂ ਬਹੁਤ ਠੰਡ ਹੁੰਦੀ ਹੈ। ਰਾਤ ਨੂੰ ਤੁਹਾਡੀ ਸਿਹਤ ਖਰਾਬ ਹੋ ਗਈ ਸੀ। ਇਹ ਕਹਿ ਕੇ ਮੈਂ ਬਾਥਰੂਮ ਦੇ ਵਿੱਚ ਚਲਾ ਗਿਆ ਅਤੇ ਜਦੋਂ ਮੈਂ ਵਾਪਸ ਆਇਆ ਤਾਂ ਉਹ ਬੈੱਡ ਤੇ ਹੀ ਕੰਬਲ ਦੇ ਵਿੱਚ ਲਿਪਟੀ ਹੋਈ ਸੀ। ਜਦੋਂ ਮੈਂ ਘੜੀ ਤੇ ਟਾਈਮ ਦੇਖਿਆ ਤਾਂ ਸਵੇਰ ਦੇ 5 ਵੱਜ ਰਹੇ ਸਨ। ਮੈਨੂੰ ਥੋੜੀ ਨੀਂਦ ਹੋਰ ਚਾਹੀਦੀ ਸੀ, ਇਸ ਕਰਕੇ ਮੈਂ ਫਿਰ ਤੋਂ ਸੌਣ ਦੀ ਇਰਾਦੇ ਦੇ ਨਾਲ ਲੇਟ ਗਿਆ। ਸਾਡੇ ਵਿਆਹ ਨੂੰ 3 ਮਹੀਨੇ ਹੋ ਚੁੱਕੇ ਸਨ ਅਤੇ ਹੁਣ ਆਲੀਆ ਮੇਰੇ ਤੇ ਕੁਝ ਜ਼ਿਆਦਾ ਹੀ ਦਬਾਅ ਪਾਉਣ ਲੱਗੀ ਸੀ। ਅੱਜ ਆਫਿਸ ਦੇ ਵਿੱਚ ਉਸਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਸੀ ਅਤੇ
ਅਤੇ ਮੈਂ ਪੂਰੇ ਦਿਨ ਬੇਚੈਨ ਰਿਹਾ ਸੀ। ਘਰ ਆ ਕੇ ਵੀ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਆਪਣੇ ਕਮਰੇ ਦੇ ਵਿੱਚ ਆਪਣਾ ਸਿਰ ਆਪਣੇ ਹੱਥਾਂ ਦੇ ਵਿੱਚ ਫੜ ਕੇ ਬੈਠਾ ਇੱਕ ਡੂੰਘੀ ਸੋਚ ਦੇ ਵਿੱਚ ਡੁੱਬਿਆ ਹੋਇਆ ਸੀ ਕਿ ਉਸ ਸਮੇਂ ਹੀ ਕੋਮਲ ਕਮਰੇ ਦੇ ਵਿੱਚ ਆਈ। ਮੈਨੂੰ ਦੇਖ ਕੇ ਉਹ ਵੀ ਪਰੇਸ਼ਾਨ ਹੋ ਗਈ, ਮੇਰੇ ਸਾਹਮਣੇ ਆ ਕੇ ਖੜੀ ਹੋ ਗਈ। ਉਸ ਨੂੰ ਆਪਣੇ ਸਾਹਮਣੇ ਦੇਖ ਕੇ ਮੈਨੂੰ ਹੋਰ ਵੀ ਜ਼ਿਆਦਾ ਗੁੱਸਾ ਆ ਗਿਆ ਸੀ। ਇਹ ਸਾਰੀ ਪਰੇਸ਼ਾਨੀ ਦੀ ਜੜ ਕੋਮਲ ਹੀ ਤਾਂ ਸੀ। ਮੈਂ ਸਖਤ ਸ਼ਬਦਾਂ ਦੇ ਵਿੱਚ ਕਿਹਾ, ਕੀ ਗੱਲ ਹੈ, ਕਿਉਂ ਖੜੀ ਹੈ ਤੂੰ ਮੇਰੇ ਸਾਹਮਣੇ? ਉਸ ਨੇ ਕਿਹਾ ਕਿ ਸ਼ਾਇਦ ਤੁਸੀਂ ਉਸ ਲੜਕੀ ਨੂੰ ਲੈ ਕੇ ਪਰੇਸ਼ਾਨ ਹੋ ਜਿਸ ਦੇ ਨਾਲ ਤੁਸੀਂ ਵਿਆਹ ਦੀ ਪਹਿਲੀ ਰਾਤ ਗੱਲ ਕਰ ਰਹੇ ਸੀ। ਉਸ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਹੋ ਗਿਆ। ਉਸਨੇ ਆਪਣੇ ਸਿਰ ਨੂੰ ਝੁਕਾਉਂਦੇ ਹੋਏ ਕਿਹਾ, ਪਲੀਜ਼ ਮੇਰੀ ਵਜ੍ਹਾ ਦੇ ਕਾਰਨ ਖੁਦ ਨੂੰ ਪਰੇਸ਼ਾਨ ਨਾ ਕਰੋ। ਮੇਰਾ ਕੀ ਹੈ, ਮੈਂ ਤਾਂ ਹਮੇਸ਼ਾ ਤੋਂ ਹੀ ਦੁੱਖ ਸਹਿੰਦੀ ਆਈ ਹਾਂ। ਹੁਣ ਤਾਂ ਮੈਨੂੰ ਆਦਤ ਜਿਹੀ ਹੋ ਗਈ ਹੈ। ਤੁਸੀਂ ਮੈਨੂੰ ਤਲਾਕ ਦੇ ਦਿਓ ਅਤੇ ਉਸ ਲੜਕੀ ਦੇ ਨਾਲ ਵਿਆਹ ਕਰ ਲਓ। ਮੈਂ ਖੁਦ ਮੰਮੀ ਜੀ ਨਾਲ ਗੱਲ ਕਰਾਂਗੀ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਤਲਾਕ ਚਾਹੁੰਦੀ ਹਾਂ। ਕੋਮਲ ਦੇ ਇਹਨਾਂ ਸ਼ਬਦਾਂ ਨੇ ਮੇਰੇ ਅੰਦਰ ਇੱਕ ਨਵੀਂ ਉਮੀਦ ਜਗਾ ਦਿੱਤੀ ਸੀ। ਮੈਂ ਉਸਦਾ ਹੱਥ ਫੜ ਕੇ ਉਸਨੂੰ ਬੈੱਡ ਤੇ ਬਿਠਾਇਆ ਤੇ ਕਿਹਾ, ਅਤੇ ਤੁਸੀਂ ਮੰਮੀ ਨੂੰ ਤਲਾਕ ਦੀ ਵਜ੍ਹਾ ਕੀ ਦੱਸੋਗੇ? ਉਹ ਮੇਰੇ ਵੱਲ ਚੁੱਪਚਾਪ ਦੇਖਣ ਲੱਗੀ। ਸ਼ਾਇਦ ਮੇਰੇ ਚਿਹਰੇ ਤੇ ਉਸ ਨੂੰ ਇੰਨੀ ਖੁਸ਼ੀ ਦੀ ਉਮੀਦ ਨਹੀਂ ਸੀ। ਉਸਨੇ ਕਿਹਾ, ਮੈਂ ਮੰਮੀ ਨੂੰ ਕਹਿ ਦਿਆਂਗੀ ਕਿ ਮੈਂ ਵਿਆਹ ਤੋਂ ਪਹਿਲਾਂ ਕਿਸੇ ਹੋਰ ਨੂੰ ਪਸੰਦ ਕਰਦੀ ਸੀ ਅਤੇ ਹੁਣ ਮੈਂ ਉਸਦੇ ਨਾਲ ਹੀ ਵਿਆਹ ਕਰਨਾ ਚਾਹੁੰਦੀ ਹਾਂ। ਉਸ ਦਾ ਇਹ ਬਹਾਨਾ ਮੈਨੂੰ ਇੱਕਦਮ ਠੀਕ ਲੱਗਿਆ। ਮੈਂ ਕਿਹਾ, ਇਹ ਬਿਲਕੁਲ ਠੀਕ ਹੈ, ਤੁਸੀਂ ਸਵੇਰੇ ਮੰਮੀ ਜੀ ਨਾਲ ਗੱਲ ਕਰ ਲਿਓ। ਇਹ ਕਹਿ ਕੇ ਮੈਂ ਖੁਸ਼ੀ-ਖੁਸ਼ੀ ਕਮਰੇ ਤੋਂ ਬਾਹਰ ਨਿਕਲ ਗਿਆ, ਇਹ ਦੇਖੇ ਬਿਨਾਂ ਕਿ ਕੋਮਲ ਦੇ ਚਿਹਰੇ ਤੇ ਦਰਦ ਹੀ ਦਰਦ ਫੈਲਿਆ ਹੋਇਆ ਸੀ। ਉਸ ਦੀਆਂ ਅੱਖਾਂ ਹੰਝੂਆਂ ਦੇ ਨਾਲ ਭਰ ਗਈਆਂ ਸਨ। ਸ਼ਾਇਦ ਉਸ ਦਾ ਦਿਲ ਅੱਜ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ, ਪਰ ਮੈਨੂੰ ਉਸ ਦੀ ਕੋਈ ਪਰਵਾਹ ਨਹੀਂ ਸੀ। ਮੈਂ ਜਲਦੀ ਨਾਲ ਆਲੀਆ ਦਾ ਨੰਬਰ ਮਿਲਾਇਆ। ਮੈਂ ਉਸ ਨੂੰ ਖੁਸ਼ਖਬਰੀ ਦੇਣਾ ਚਾਹੁੰਦਾ ਸੀ ਕਿ ਜਲਦੀ ਅਸੀਂ ਵਿਆਹ ਕਰ ਲਵਾਂਗੇ ਅਤੇ ਉਸ ਦਾ ਫੋਨ ਬੰਦ ਆ ਰਿਹਾ ਸੀ। ਹੁਣ ਮੇਰੇ ਤੋਂ ਹੋਰ ਇੰਤਜ਼ਾਰ ਨਹੀਂ ਹੋਇਆ ਅਤੇ ਮੈਂ ਉਸਦੇ ਘਰ ਦੇ ਵੱਲ ਚੱਲ ਪਿਆ। ਜਦੋਂ ਮੈਂ ਉਸਦੇ ਘਰ ਪਹੁੰਚਿਆ ਤਾਂ ਗੇਟ ਖੁੱਲ੍ਹਾ ਹੋਇਆ ਸੀ। ਮੈਨੂੰ ਹੈਰਾਨੀ ਹੋਈ ਕਿਉਂਕਿ ਆਲੀਆ ਹਮੇਸ਼ਾ ਆਪਣੇ ਘਰ ਦਾ ਗੇਟ ਖੁੱਲ੍ਹਾ ਨਹੀਂ ਰੱਖਦੀ ਸੀ। ਮੈਂ ਹੌਲੀ-ਹੌਲੀ ਉਸਦੇ ਕਮਰੇ ਦੇ ਵੱਲ ਵਧਣ ਲੱਗਿਆ। ਮੈਂ ਉਸਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ, ਇਸ ਕਰਕੇ ਮੈਂ ਚੁੱਪਚਾਪ ਉਸਦੇ ਕਮਰੇ ਦੇ ਵੱਲ ਵਧ ਰਿਹਾ ਸੀ। ਕਮਰੇ ਦੇ ਦਰਵਾਜ਼ੇ ਤੇ ਪਹੁੰਚਦੇ ਹੀ ਮੈਨੂੰ ਅੰਦਰੋਂ ਕਿਸੇ ਲੜਕੇ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਮੈਂ ਅੰਦਰ ਝਾਕ ਕੇ ਦੇਖਿਆ ਤਾਂ ਆਲੀਆ ਕਿਸੇ ਹੋਰ ਦੀਆਂ ਬਾਹਾਂ ਦੇ ਵਿੱਚ ਸੀ। ਉਹ ਲੜਕਾ ਕਹਿ ਰਿਹਾ ਸੀ, ਯਾਰ ਆਲੀਆ, ਹੁਣ ਤਾਂ ਉਸ ਲੜਕੇ ਦੀ ਜਾਨ ਬਖਸ਼ ਦਿਓ। ਅੱਜ ਕੱਲ੍ਹ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੈ। ਆਲੀਆ ਦੇ ਚਿਹਰੇ ਤੇ ਇੱਕ ਨਫ਼ਰਤ ਭਰੀ ਮੁਸਕਾਨ ਸੀ। ਕਹਿਣ ਲੱਗੀ, ਇੰਨੀ ਆਸਾਨੀ ਦੇ ਨਾਲ ਮੈਂ ਉਸਨੂੰ ਕਿਵੇਂ ਛੱਡ ਸਕਦੀ ਹਾਂ? ਉਸਨੇ ਮੈਨੂੰ ਧੋਖਾ ਦਿੱਤਾ ਹੈ, ਮੇਰੇ ਜਜ਼ਬਾਤਾਂ ਦਾ ਮਜ਼ਾਕ ਬਣਾਇਆ, ਵਿਆਹ ਕਰ ਲਿਆ। ਮੈਂ ਉਸਨੂੰ ਇੰਨੀ ਜਲਦੀ ਨਾਲ ਮਾਫ਼ ਨਹੀਂ ਕਰਾਂਗੀ। ਮੈਂ ਉਸਨੂੰ ਕੋਈ ਬਹੁਤਾ ਪਿਆਰ ਨਹੀਂ ਕਰਦੀ, ਪਰ ਉਸਨੇ ਮੈਨੂੰ ਵਿਆਹ ਦੇ ਝੂਠੇ ਸੁਪਨੇ ਦਿਖਾਏ ਸਨ ਅਤੇ ਫਿਰ ਕਿਸੇ ਹੋਰ ਦੇ ਨਾਲ ਵਿਆਹ ਕਰ ਲਿਆ। ਇਹ ਮੇਰੀ ਬੇਇੱਜ਼ਤੀ ਹੈ ਅਤੇ ਮੈਂ ਆਪਣੀ ਬੇਇੱਜ਼ਤੀ ਦਾ ਬਦਲਾ ਜ਼ਰੂਰ ਲਵਾਂਗੀ। ਮੈਂ ਉਸਦੀ ਪਤਨੀ ਤੋਂ ਉਸ ਨੂੰ ਤਲਾਕ ਦਵਾ ਕੇ ਰਹਾਂਗੀ, ਤਾਂ ਹੀ ਮੇਰੇ ਦਿਲ ਨੂੰ ਸਕੂਨ ਮਿਲੇਗਾ ਅਤੇ ਰਾਹੁਲ, ਉਸ ਤੋਂ ਬਾਅਦ ਅਸੀਂ ਦੋਵੇਂ ਵਿਆਹ ਕਰ ਲਵਾਂਗੇ। ਤਾਂ ਉਸਨੂੰ ਅਹਿਸਾਸ ਹੋਵੇਗਾ ਕਿ ਮੈਂ ਉਸਦੇ ਨਾਲ ਕੀ ਕੀਤਾ ਹੈ ਅਤੇ ਉਸਨੂੰ ਪਤਾ ਲੱਗੇਗਾ ਕਿ ਮੈਂ ਕੌਣ ਹਾਂ। ਇਹ ਕਹਿੰਦੀ ਹੋਈ ਆਲੀਆ ਜ਼ੋਰ-ਜ਼ੋਰ ਦੀ ਹੱਸ ਪਈ ਅਤੇ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਮੇਰੇ ਪੈਰਾਂ ਹੇਠੋਂ ਕਿਸੇ ਨੇ ਜ਼ਮੀਨ ਖਿੱਚ ਲਈ ਹੋਵੇ। ਜਿਸ ਨੂੰ ਮੈਂ ਆਪਣਾ ਸੱਚਾ ਪਿਆਰ ਸਮਝ ਰਿਹਾ ਸੀ, ਉਹ ਸਿਰਫ ਇੱਕ ਝੂਠ ਸੀ। ਉਹ ਮੈਨੂੰ ਧੋਖਾ ਦੇ ਰਹੀ ਸੀ ਅਤੇ ਮੈਂ ਉਸਦੀ ਚਾਲ ਦੇ ਵਿੱਚ ਫਸ ਗਿਆ ਸੀ। ਮੇਰਾ ਦਿਲ ਟੁੱਟ ਗਿਆ ਸੀ, ਪਰ ਫਿਰ ਮੈਂ ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲਿਆ। ਕੰਧ ਦਾ ਸਹਾਰਾ ਲੈ ਕੇ ਮੈਂ ਉੱਥੇ ਹੀ ਖੜਾ ਰਿਹਾ। ਆਪਣੀ ਹਾਰ ਦਾ ਬੋਝ ਚੱਕ ਕੇ ਮੈਂ ਹੌਲੀ-ਹੌਲੀ ਪਿੱਛੇ ਮੋੜਨ ਲੱਗਿਆ, ਪਰ ਜਿਵੇਂ ਹੀ ਮੇਰੇ ਹੱਥਾਂ ਦੇ ਵਿੱਚੋਂ ਫੁੱਲਦਾਨ ਜ਼ਮੀਨ ਤੇ ਡਿੱਗ ਪਿਆ, ਇਸ ਆਵਾਜ਼ ਦੇ ਨਾਲ ਉਹ ਲੜਕਾ ਅਤੇ ਆਲੀਆ ਕਮਰੇ ਤੋਂ ਬਾਹਰ ਆ ਗਏ ਸਨ। ਮੈਨੂੰ ਸਾਹਮਣੇ ਦੇਖ ਕੇ ਆਲੀਆ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ। ਉਸ ਦੀਆਂ ਅੱਖਾਂ ਦੇ ਵਿੱਚ ਇੱਕ ਪਲ ਦੇ ਲਈ ਘਬਰਾਹਟ ਦਿਖ ਰਹੀ ਸੀ। ਮੈਂ ਇੱਕ ਡੂੰਘੀ ਨਫ਼ਰਤ ਭਰੀ ਨਿਗਾਹ ਉਸ ਤੇ ਮਾਰੀ ਸੀ ਅਤੇ ਬਿਨਾਂ ਕੁਝ ਕਹੇ ਉੱਥੋਂ ਨਿਕਲ ਗਿਆ। ਆਲੀਆ ਨੇ ਮੈਨੂੰ ਇੱਕ ਵਾਰ ਵੀ ਰੋਕਣ ਦੇ ਲਈ ਆਵਾਜ਼ ਨਹੀਂ ਮਾਰੀ। ਘਰ ਪਹੁੰਚ ਕੇ ਜਦੋਂ ਮੈਂ ਆਪਣੇ ਕਮਰੇ ਦੇ ਵਿੱਚ ਦਾਖਲ ਹੋਇਆ ਤਾਂ ਕੋਮਲ ਬੈੱਡ ਤੇ ਪਈ ਹੋਈ ਸੀ। ਉਸ ਦੇ ਆਸੇ-ਪਾਸੇ ਦਾ ਮਾਹੌਲ ਬਹੁਤ ਸ਼ਾਂਤ ਸੀ ਅਤੇ ਇਸ ਚੁੱਪੀ ਦੇ ਵਿੱਚ ਵੀ ਮੈਨੂੰ ਉਸ ਦੇ ਦੁੱਖ ਦਾ ਅਹਿਸਾਸ ਹੋ ਰਿਹਾ ਸੀ। ਸ਼ਾਇਦ ਉਹ ਅਜੇ ਵੀ ਰੋ ਰਹੀ ਸੀ, ਕਿਉਂਕਿ ਕੰਬਲ ਦੇ ਉੱਪਰੋਂ ਵੀ ਮੈਂ ਉਸਦੇ ਕੰਬਦੇ ਹੋਏ ਸਰੀਰ ਨੂੰ ਮਹਿਸੂਸ ਕਰ ਰਿਹਾ ਸੀ। ਸਿਰਹਾਣੇ ਦੇ ਕੋਲ ਬੈਠ ਕੇ ਮੈਂ ਉਸਦੇ ਕੰਬਦੇ ਹੋਏ ਸਰੀਰ ਨੂੰ ਦੇਖਿਆ ਸੀ। ਅੱਜ ਮੈਨੂੰ ਪਤਾ ਲੱਗਿਆ ਕਿ ਉਹ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ। ਉਹ ਮੇਰੀ ਨਫ਼ਰਤ ਅਤੇ ਰੁੱਖੇਪਨ ਨੂੰ ਇੰਨੇ ਦਿਨਾਂ ਤੋਂ ਬਰਦਾਸ਼ਤ ਕਰ ਰਹੀ ਸੀ। ਜੇਕਰ ਕੋਈ ਹੋਰ ਲੜਕੀ ਹੁੰਦੀ ਤਾਂ ਕਦੋਂ ਦਾ ਮੇਰਾ ਸਾਥ ਛੱਡ ਚੁੱਕੀ ਹੁੰਦੀ, ਪਰ ਕੋਮਲ ਅਜੇ ਤੱਕ ਇੱਥੇ ਹੀ ਸੀ, ਮੇਰੇ ਨਾਲ ਹੀ ਸੀ। ਮੇਰੀ ਮਾਂ ਦੇ ਸਾਹਮਣੇ ਵੀ ਉਸ ਨੇ ਹਮੇਸ਼ਾ ਮੇਰੀ ਇੱਜ਼ਤ ਬਣਾ ਕੇ ਰੱਖੀ ਅਤੇ ਅੱਜ ਮੇਰੀਆਂ ਖੁਸ਼ੀਆਂ ਦੇ ਲਈ ਉਹ ਆਪਣੇ ਆਪ ਨੂੰ ਮੇਰੀ ਜ਼ਿੰਦਗੀ ਤੋਂ ਦੂਰ ਕਰ ਰਹੀ ਸੀ। ਮੇਰਾ ਦਿਲ ਅਚਾਨਕ ਭਾਰੀ ਹੋ ਗਿਆ। ਮੈਂ ਕਿੰਨੀ ਮਾਸੂਮ ਅਤੇ ਭੋਲੀ ਲੜਕੀ ਦਾ ਦਿਲ ਦੁਖਾਇਆ ਸੀ ਅਤੇ ਸ਼ਾਇਦ ਇਸੇ ਦੀ ਸਜ਼ਾ ਮੈਨੂੰ ਪਰਮਾਤਮਾ ਨੇ ਦਿੱਤੀ ਸੀ ਕਿ ਜਿਸ ਲੜਕੀ ਦੇ ਨਾਲ ਮੈਂ ਪਿਆਰ ਕਰਦਾ ਸੀ, ਉਸਨੇ ਮੇਰਾ ਦਿਲ ਬੇਰਹਿਮੀ ਦੇ ਨਾਲ ਤੋੜ ਦਿੱਤਾ ਸੀ। ਅੱਜ ਪਹਿਲੀ ਵਾਰ ਮੈਨੂੰ ਕੋਮਲ ਆਪਣੇ ਦਿਲ ਦੇ
ਦੇ ਬਹੁਤ ਜ਼ਿਆਦਾ ਨੇੜੇ ਮਹਿਸੂਸ ਹੋ ਰਹੀ ਸੀ। ਉਸ ਦਾ ਰੋਣਾ ਮੈਨੂੰ ਅੰਦਰ ਤੱਕ ਬੇਚੈਨ ਕਰ ਰਿਹਾ ਸੀ। ਮੈਂ ਹੌਲੀ ਜਿਹੀ ਦਰਵਾਜ਼ਾ ਬੰਦ ਕੀਤਾ, ਲਾਈਟ ਬੰਦ ਕੀਤੀ ਅਤੇ ਚੁੱਪਚਾਪ ਜਾ ਕੇ ਬੈੱਡ ਤੇ ਲੇਟ ਗਿਆ। ਪਰ ਮੈਂ ਆਪਣੇ ਕੰਬਲ ਦੇ ਵਿੱਚ ਜਾਣ ਦੀ ਬਜਾਏ ਕੋਮਲ ਦੇ ਕੰਬਲ ਦੇ ਵਿੱਚ ਵੜ ਗਿਆ। ਮੈਨੂੰ ਆਪਣੇ ਇੰਨੇ ਜ਼ਿਆਦਾ ਨੇੜੇ ਦੇਖ ਕੇ ਕੋਮਲ ਇੱਕਦਮ ਹੈਰਾਨ ਹੋ ਗਈ ਅਤੇ ਫੌਰਨ ਉੱਠ ਕੇ ਬੈਠ ਗਈ ਅਤੇ ਘਬਰਾ ਕੇ ਬੋਲੀ, ਤੁਸੀਂ ਮੇਰੇ ਕੰਬਲ ਦੇ ਵਿੱਚ ਕਿਉਂ ਆਏ ਹੋ? ਤੁਹਾਡੇ ਕੋਲ ਤਾਂ ਆਪਣਾ ਕੰਬਲ ਹੈ ਨਾ? ਉਸ ਦੀ ਆਵਾਜ਼ ਦੇ ਵਿੱਚ ਘਬਰਾਹਟ ਅਤੇ ਮਾਸੂਮੀਅਤ ਤਾਂ ਦੋਨੋਂ ਸਨ। ਮੈਂ ਉਸ ਨੂੰ ਕਿਹਾ, ਨਹੀਂ ਕੋਮਲ, ਪਤੀ ਪਤਨੀ ਅਲੱਗ ਕੰਬਲਾਂ ਦੇ ਵਿੱਚ ਨਹੀਂ ਸੌਂਦੇ, ਬਲਕਿ ਇੱਕ ਹੀ ਕੰਬਲ ਦੇ ਵਿੱਚ ਸੌਂਦੇ ਹੋਏ ਚੰਗੇ ਲੱਗਦੇ ਹਨ। ਮੈਂ ਸਿਰਫ ਇਸ ਕੰਬਲ ਦੇ ਵਿੱਚ ਹੀ ਨਹੀਂ, ਬਲਕਿ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੀ ਜਗ੍ਹਾ ਦੇ ਦਿਓ। ਮੈਂ ਠੋਕਰ ਖਾ ਚੁੱਕਿਆ ਹਾਂ। ਮੈਂ ਆਪਣੇ ਰਾਹ ਤੋਂ ਭੜਕ ਗਿਆ ਸੀ, ਇੱਕ ਅਜੀਬ ਪਰਛਾਈ ਦੇ ਪਿੱਛੇ ਭੱਜ ਰਿਹਾ ਸੀ ਜੋ ਕਦੇ ਵੀ ਮੇਰੀ ਨਹੀਂ ਸੀ। ਮੈਂ ਤੁਹਾਡੇ ਵਰਗੀ ਭੋਲੀ ਭਾਲੀ ਅਤੇ ਸੱਚੀ ਲੜਕੀ ਦੀ ਕਦਰ ਨਹੀਂ ਕੀਤੀ, ਪਰ ਹੁਣ ਜਦੋਂ ਮੈਨੂੰ ਸਭ ਕੁਝ ਸਮਝ ਆ ਗਿਆ ਹੈ, ਮੈਂ ਤੁਹਾਡੇ ਤੋਂ ਮਾਫੀ ਮੰਗਦਾ ਹਾਂ। ਪਲੀਜ਼ ਮੈਨੂੰ ਮਾਫ ਕਰ ਦਿਓ। ਮੈਂ ਵਾਅਦਾ ਕਰਦਾ ਹਾਂ ਹੁਣ ਤੁਹਾਡੇ ਨਾਲ ਮੈਂ ਸੱਚੇ ਦਿਲ ਦੇ ਨਾਲ ਤੁਹਾਡੇ ਨਾਲ ਇਸ ਰਿਸ਼ਤੇ ਦੀ ਸ਼ੁਰੂਆਤ ਕਰਨਾ ਚਾਹੁੰਦਾ ਹਾਂ। ਹਮੇਸ਼ਾ ਤੁਹਾਡੇ ਨਾਲ ਵਫਾਦਾਰ ਰਹਿ ਕੇ ਤੁਹਾਡੇ ਨਾਲ ਜ਼ਿੰਦਗੀ ਬਿਤਾਉਣਾ ਚਾਹੁੰਦਾ ਹਾਂ। ਇੰਨਾ ਕਹਿ ਕੇ ਮੈਂ ਆਪਣੇ ਹੱਥ ਉਸ ਦੇ ਸਾਹਮਣੇ ਜੋੜ ਦਿੱਤੇ ਸਨ ਅਤੇ ਪਤਾ ਨਹੀਂ ਕੋਮਲ ਤਾਂ ਕਦੋਂ ਤੋਂ ਇਸ ਪਲ ਦਾ ਇੰਤਜ਼ਾਰ ਕਰ ਰਹੀ ਸੀ। ਉਹ ਰੋ ਰੋ ਕੇ ਪ੍ਰਮਾਤਮਾ ਤੋਂ ਮੇਰੇ ਪਿਆਰ ਨੂੰ ਮੰਗ ਰਹੀ ਸੀ ਅਤੇ ਅੱਜ ਜਦੋਂ ਉਸ ਨੂੰ ਮੇਰਾ ਪਿਆਰ ਮਿਲ ਗਿਆ ਸੀ ਤਾਂ ਉਹ ਕਿਵੇਂ ਇਨਕਾਰ ਕਰ ਸਕਦੀ ਸੀ। ਉਸਨੇ ਮੇਰੇ ਜੁੜੇ ਹੋਏ ਹੱਥਾਂ ਨੂੰ ਫੜ ਲਿਆ ਅਤੇ ਆਪਣੇ ਸਿਰ ਨੂੰ ਮੇਰੇ ਹੱਥਾਂ ਤੇ ਟਿਕਾ ਦਿੱਤਾ ਅਤੇ ਰੋਣ ਲੱਗੀ। ਮੈਂ ਉਸ ਨੂੰ ਹੌਲੀ ਜਿਹੀ ਕਿਹਾ, ਬਸ ਕੋਮਲ, ਹੁਣ ਹੋਰ ਨਹੀਂ, ਮੈਂ ਤੁਹਾਨੂੰ ਹੁਣ ਹੋਰ ਨਹੀਂ ਰੋਣ ਦਿਆਂਗਾ। ਅੱਜ ਮੈਨੂੰ ਅਹਿਸਾਸ ਹੋ ਗਿਆ ਹੈ ਕਿ ਜੋ ਜਾਇਜ਼ ਰਿਸ਼ਤਾ ਦੀ ਅਹਿਮੀਅਤ ਹੁੰਦੀ ਹੈ ਉਹ ਨਜਾਇਜ਼ ਰਿਸ਼ਤਿਆਂ ਦੇ ਵਿੱਚ ਕਦੇ ਨਹੀਂ ਹੁੰਦੀ। ਇਹ ਕਹਿੰਦੇ ਹੋਏ ਮੈਂ ਕੋਮਲ ਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ ਸੀ। ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਘੁੱਟ ਕੇ ਕੋਮਲ ਨੂੰ ਆਪਣੇ ਗਲ ਦੇ ਨਾਲ ਲਾ ਲਿਆ। ਉਸ ਪਲ ਮੈਂ ਆਪਣੇ ਆਪ ਦੇ ਨਾਲ ਵਾਅਦਾ ਕੀਤਾ ਕਿ ਕਦੇ ਵੀ ਮੈਂ ਕੋਮਲ ਦੀਆਂ ਅੱਖਾਂ ਦੇ ਵਿੱਚ ਹੰਝੂ ਨਹੀਂ ਆਉਣ ਦਿਆਂਗਾ। ਜਿੰਨੀਆਂ ਤਕਲੀਫਾਂ ਮੈਂ ਉਸ ਨੂੰ ਦਿੱਤੀਆਂ ਹਨ, ਉਹਨਾਂ ਸਾਰੀਆਂ ਦੀ ਮੈਂ ਭਰਪਾਈ ਕਰਾਂਗਾ। ਹੌਲੀ ਹੌਲੀ ਮੈਂ ਕੋਮਲ ਦੇ ਪਿਆਰ ਦੇ ਵਿੱਚ ਡੁੱਬਣ ਲੱਗਿਆ। ਕੋਮਲ ਦਾ ਪਿਆਰ ਪਾ ਕੇ ਮੈਨੂੰ ਪਤਾ ਲੱਗਿਆ ਕਿ ਅਸਲੀ ਪਿਆਰ ਤਾਂ ਇਹੀ ਹੈ। ਉਹ ਤਾਂ ਇੱਕ ਸਿਰਫ ਝੂਠ ਸੀ ਜਿਸ ਦੇ ਪਿੱਛੇ ਮੈਂ ਪਾਗਲ ਹੋ ਕੇ ਭੱਜ ਰਿਹਾ ਸੀ। ਤਾਂ ਦੋਸਤੋ, ਅੱਜ ਦੀ ਸਾਡੀ ਇਹ ਕਹਾਣੀ ਸੀ। ਤੁਹਾਨੂੰ ਇਹ ਕਿਵੇਂ ਲੱਗੀ? ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।